ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਇੰਡੀਆ ਜੀਕੇ ਦਾ ਜਿਹੜਾ ਥਰਡ ਪਾਰਟ ਹੈ ਡਿਸਕਸ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ 50 ਦੇ ਕਰੀਬ MCQ ਕੁਐਸਚਨ ਰਹਿਣਗੇ ਜੋ ਕਿ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਨਾਲ ਜਿਹੜੇ ਆ ਪੁੱਛੇ ਜਾਂਦੇ ਹੈਗੇ ਨੇ। ਸੋ ਇਹ ਕਲਾਸ ਤੁਹਾਨੂੰ ਮਾਸਟਰ ਕੇਡਰ, NTT, PSTET, ਪਟਵਾਰੀ, ਪੰਜਾਬ ਪੁਲਿਸ, ਇਸ ਤੋਂ ਇਲਾਵਾ ਹੋਰ ਪੰਜਾਬ ਕੰਪੀਟੀਸ਼ਨ ਦੇ ਨਾਲ ਸੰਬੰਧਿਤ ਜਿੰਨੇ ਵੀ ਐਗਜ਼ਾਮ ਨੇ ਉਹਨਾਂ ਦੇ ਵਿੱਚ ਹੈਲਪਫੁਲ ਰਹੂਗੀ। ਇਸ ਤੋਂ ਪਹਿਲਾਂ ਦੋ ਪਾਰਟ ਆਪਾਂ ਕੰਪਲੀਟ ਕੀਤੇ ਹੋਏ ਆ, ਤੁਸੀਂ ਉਹ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋਗੇ। ਓਕੇ, ਸੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ, ਕਿਉਂਕਿ ਤੁਹਾਡੇ ਕਮੈਂਟਾਂ ਦੇ ਆਧਾਰ ਦੇ ਉੱਪਰ ਅਸੀਂ ਜਿਹੜਾ ਵੱਖਰੀਆਂ ਕਲਾਸਿਸ ਕ੍ਰੀਏਟ ਕਰ ਸਕਦੇ ਹਾਂ। ਸੋ ਪਲੀਜ਼ ਕੋਈ ਵੀ ਕਿਸੇ ਤਰ੍ਹਾਂ ਦਾ ਜੇਕਰ ਟੌਪਿਕ ਤੁਹਾਨੂੰ ਨੀਡ ਦਾ ਹੁੰਦਾ ਤਾਂ ਉਹ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਤਾਂ ਕਿ ਅਸੀਂ ਉਸ ਟਾਈਪ ਦੇ ਹੋਰ ਜਿਹੜੇ ਸੈਸ਼ਨ ਆ ਉਹ ਬਣਾ ਸਕੀਏ। ਓਕੇ, ਸੋ ਪਲੇ ਸਟੋਰ ਤੋਂ ਤੁਸੀਂ ਰਮਨ ਇੰਸਟੀਚਿਊਟ ਨਾਮ ਦੀ ਐਪ ਹੈ ਜੋ ਡਾਊਨਲੋਡ ਕਰ ਸਕਦੇ ਹੋ, ਜਿੱਥੇ ਤੁਹਾਨੂੰ ਕਾਫੀ ਸਾਰੀਆਂ PDF ਪਲੱਸ ਬਹੁਤ ਸਾਰੀਆਂ ਕਲਾਸਿਸ ਜਿਹੜੀਆਂ ਉਹ ਮਿਲ ਜਾਂਦੀਆਂ ਹੈਗੀਆਂ ਨੇ। ਓਕੇ, ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਬਿਨਾਂ ਟਾਈਮ ਵੇਸਟ ਕੀਤੇ। ਸੋ 50 ਕੁਐਸਚਨ ਰਹਿਣਗੇ ਜੀ, ਜਿਸ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਹੋਰ ਵੀ ਮੈਂ ਐਡ ਕੀਤੀਆਂ ਹੋਣਗੀਆਂ ਜੋ ਕਾਫੀ ਜ਼ਿਆਦਾ ਹੈਲਪਫੁਲ ਰਹਿਣਗੀਆਂ ਤੁਹਾਡੇ ਲਈ। ਫਸਟ ਕੁਐਸਚਨ ਰਹੇਗਾ ਜੀ, ਵਾਸਕੋ ਡੀ ਗਾਮਾ ਭਾਰਤ ਦੇ ਵਿੱਚ ਕਿਹੜੇ ਸਥਾਨ ਦੇ ਵਿਖੇ ਪਹੁੰਚਿਆ ਸੀ? ਸਭ ਤੋਂ ਪਹਿਲਾਂ ਗੋਆ ਦੇ ਵਿਖੇ, ਕਾਲੀਕਟ ਵਿਖੇ, ਮੰਗਲੌਰ ਵਿਖੇ ਜਾਂ ਕੋਚੀਨ ਵਿਖੇ? ਸੋ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਯੂਰਪੀਅਨ ਯਾਤਰੀਆਂ ਦੇ ਵਿੱਚੋਂ ਵਾਸਕੋ ਡੀ ਗਾਮਾ ਭਾਰਤ ਦੇ ਵਿੱਚ ਪਹੁੰਚਿਆ ਸੀਗਾ। ਭਾਰਤ ਦੇ ਵਿੱਚ ਇਸ ਦੀ ਐਂਟਰੀ ਹੁੰਦੀ ਹੈ ਜੀ ਕਾਲੀਕਟ ਨਾਮੀ ਸਥਾਨ ਵਿਖੇ, ਜੋ ਕਿ ਕੇਰਲਾ ਦੇ ਵਿੱਚ ਪੈ ਜਾਂਦਾ ਹੈ। ਸੋ ਕੇਰਲਾ ਨਾਮੀ ਸਥਾਨ ਵਿਖੇ ਕਾਲੀਕਟ ਵਿਖੇ ਪਹੁੰਚਦਾ ਹੈਗਾ ਅਤੇ ਸਾਲ 1498 ਦੇ ਦੌਰਾਨ ਇਹਨਾਂ ਦੀ ਭਾਰਤ ਦੇ ਵਿੱਚ ਐਂਟਰੀ ਹੁੰਦੀ ਹੈ। ਇਹ ਪਹਿਲਾ ਯੂਰਪੀਅਨ ਯਾਤਰੀ ਸੀਗਾ ਜੀ ਜਿਹੜਾ ਕਿ ਸਮੁੰਦਰੀ ਰਸਤੇ ਦੇ ਰਾਹੀਂ ਭਾਰਤ ਦੇ ਵਿੱਚ ਆਇਆ ਸੀਗਾ। ਪਹਿਲਾ ਯੂਰਪੀਅਨ ਯਾਤਰੀ, ਠੀਕ ਹੈ ਜੀ, ਪਹਿਲਾ ਯੂਰਪੀਅਨ ਯਾਤਰੀ ਸੀਗਾ ਜੀ। ਇਸ ਤੋਂ ਪਹਿਲਾਂ ਕੋਈ ਵੀ ਯੂਰਪੀਅਨ ਜਿਹੜਾ ਭਾਰਤ ਦੇ ਵਿੱਚ ਵਿਜ਼ਿਟ ਨਹੀਂ ਕੀਤਾ ਸੀ, ਸੋ ਇਹ ਪਹਿਲਾ ਸੀਗਾ ਅਤੇ ਨਾਲ ਹੀ ਸਮੁੰਦਰੀ ਰਸਤੇ ਦੇ ਰਾਹੀਂ ਭਾਰਤ ਦੇ ਵਿੱਚ ਪਹੁੰਚਣ ਵਾਲਾ ਜਾਂ ਸਮੁੰਦਰੀ ਰਸਤੇ ਦੀ ਖੋਜ ਕਰਨ ਵਾਲਾ ਪਹਿਲਾ ਵਿਅਕਤੀ ਹੈ ਜੀ। ਓਕੇ ਜੀ, ਜਿਸ ਦਾ ਨਾਮ ਸੀਗਾ ਵਾਸਕੋ ਡੀ ਗਾਮਾ। ਬਹੁਤ ਜ਼ਿਆਦਾ ਈਜ਼ੀ ਹੈ ਅਤੇ ਬਹੁਤ ਜ਼ਿਆਦਾ ਇੰਪੋਰਟੈਂਟ ਵੀ ਹੈਗਾ। ਓਕੇ, ਸੋ ਇਹ ਸੀਗਾ ਜੀ ਸਾਡਾ ਵਾਸਕੋ ਡੀ ਗਾਮਾ, ਜਿਹੜੇ ਨੇ ਕਿ ਭਾਰਤ ਦੇ ਵਿੱਚ ਆ ਕੇ ਆਪਣੀਆਂ ਬਹੁਤ ਸਾਰੀਆਂ ਇੰਡਸਟਰੀਆਂ ਜਿਹੜੀਆਂ ਨੇ ਉਹਨਾਂ ਦੀ ਸ਼ੁਰੂਆਤ ਕੀਤੀ। ਸੋ ਸਭ ਤੋਂ ਪਹਿਲੀ ਜਿਹੜੀ ਇੰਡਸਟਰੀ ਹੈਗੀ ਪੁਰਤਗਾਲੀਆਂ ਦੀ, ਉਹ ਕੋਚੀਨ ਵਿਖੇ ਆ ਕੇ ਲੱਗਦੀ ਹੈਗੀ। ਓਕੇ, ਸੋ ਦੂਸਰੀ ਇਹਨਾਂ ਦੀ ਫੈਕਟਰੀ ਜਿਹੜੀ ਹੈ, ਪਹਿਲੀ ਫੈਕਟਰੀ ਜਿਹੜੀ ਹੈ ਕਾਲੀਕਟ ਦੇ ਵਿੱਚ ਲਾਉਂਦੇ ਹੈਗੇ। ਪਹਿਲੀ ਫੈਕਟਰੀ, ਓਕੇ, ਪਹਿਲੀ ਫੈਕਟਰੀ ਜਿਹੜੀ ਹੈ ਪੁਰਤਗਾਲੀਆਂ ਦੀ ਲੱਗਦੀ ਹੈ ਸਾਲ 1500 ਦੇ ਵਿੱਚ ਲੱਗਦੀ ਹੈਗੀ ਅਤੇ ਸਥਾਨ ਸੀਗਾ ਜੀ ਕਾਲੀਕਟ, ਜਿੱਥੇ ਸਭ ਤੋਂ ਪਹਿਲਾਂ ਪਹੁੰਚਦੇ ਹੈਗੇ ਆ। ਵਾਸਕੋ ਡੀ ਗਾਮਾ ਦੇ ਜਾਂ ਇਸ ਦੇ ਸਹਿਯੋਗ ਦੇ ਨਾਲ ਨਹੀਂ ਲਗਾਈ ਜਾਂਦੀ ਹੈਗੀ ਆ। ਦੂਸਰੀ ਫੈਕਟਰੀ ਜਿਹੜੀ ਇਹਨਾਂ ਦੀ ਲੱਗਦੀ ਹੈ ਜੀ ਉਹ ਕੋਚੀਨ ਵਿਖੇ ਲੱਗਦੀ ਹੈਗੀ। ਦੂਸਰੀ ਫੈਕਟਰੀ ਕੋਚੀਨ ਵਿਖੇ ਲੱਗਦੀ ਹੈ ਇਹਨਾਂ ਦੀ, ਜਿਹੜੀ ਕਿ ਸਾਲ 1501 ਦੇ ਵਿੱਚ ਲੱਗਦੀ ਹੈ। ਜਿਹੜਾ ਵਾਸਕੋ ਡੀ ਗਾਮਾ ਸੀ ਬਈ, ਇਹਦਾ ਇੱਕ ਹੋਰ ਕੁਐਸਚਨ ਵੀ ਕਾਫੀ ਜ਼ਿਆਦਾ ਆਉਂਦਾ ਹੁੰਦਾ ਹੈਗਾ ਕਿ ਵਾਸਕੋ ਡੀ ਗਾਮਾ ਜਿਹੜਾ ਹੈ ਕਿਸ ਸਿੱਖ ਗੁਰੂ ਦਾ ਜਿਹੜਾ ਸਮਕਾਲੀ ਰਿਹਾ ਸੀਗਾ? ਤਾਂ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਰਹੇ ਸੀਗੇ ਜੀ ਵਾਸਕੋ ਡੀ ਗਾਮਾ। ਓਕੇ, ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਵਾਸਕੋ ਡੀ ਗਾਮਾ ਸਮਕਾਲੀ ਰਹੇ ਹੈਗੇ। ਓਕੇ, ਇਸ ਤੋਂ ਇਲਾਵਾ ਗੋਆ ਦੇ ਉੱਪਰ ਵੀ ਇਹਨਾਂ ਦਾ ਕਬਜ਼ਾ ਰਿਹਾ ਸੀ। ਸੋ ਪੁਰਤਗਾਲੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਇਹਨਾਂ ਦੇ ਉੱਪਰ ਹਮਲਾ ਕੀਤਾ ਸੀਗਾ ਤੇ ਇਹਨੂੰ ਜਿੱਤ ਲਿੱਤਾ ਸੀ। ਫਿਰ 1510 ਤੋਂ ਲੈ ਕੇ 1961 ਤੱਕ ਜਿਹੜਾ ਗੋਆ ਦਾ ਖੇਤਰ ਹੈ ਉਹ ਪੁਰਤਗਾਲੀਆਂ ਦੇ ਅਧੀਨ ਹੀ ਰਿਹਾ ਸੀ, ਜਿਹਦਾ ਪ੍ਰਮੁੱਖ ਲੀਡਰ ਜਿਹੜਾ ਰਿਹਾ ਸੀਗਾ ਉਹ ਵਾਸਕੋ ਡੀ ਗਾਮਾ ਸੀਗਾ। ਨੈਕਸਟ ਕੁਐਸਚਨ ਹੈ ਜੀ, ਉਹ ਅੰਗਰੇਜ਼ ਹੈ ਜਿਸ ਨੇ ਸਮਰਾਟ ਜਹਾਂਗੀਰ ਦੇ ਦਰਬਾਰ ਦੇ ਵਿੱਚ ਆ ਕੇ ਭੇਟ ਕੀਤਾ ਸੀਗਾ? ਸਰ ਟਾਮਸ ਰੋ, ਰਾਲਟਾ ਬੇਤਾ, ਸਜ ਜੋੜ ਜਾਂ ਸਰਜਾਨ ਸ਼ੇਰ? ਸੋ ਅੰਗਰੇਜ਼ ਜਿਸ ਨੇ ਕਿ ਸਮਰਾਟ ਜਹਾਂਗੀਰ ਦੇ ਦਰਬਾਰ ਦੇ ਵਿੱਚ ਆ ਕੇ ਭੇਟ ਕੀਤਾ ਸੀ, ਮਤਲਬ ਗਿਫਟ ਵਗੈਰਾ ਜਿਹੜੇ ਉਹ ਪ੍ਰੋਵਾਈਡ ਕੀਤੇ ਸੀਗੇ, ਸੋ ਇਹ ਸੀਗਾ ਜੀ ਸਰ ਟਾਮਸ ਰੋ। ਇਹ ਪਹਿਲਾ ਵਿਅਕਤੀ ਸੀਗਾ ਜਿਹੜਾ ਜਹਾਂਗੀਰ ਦੇ ਦਰਬਾਰ ਦੇ ਵਿੱਚ ਆ ਕੇ ਭੇਟ ਕਰਦਾ ਹੈ। ਇਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਸਾਲ 1615 ਤੋਂ ਲੈ ਕੇ 19 ਤੱਕ ਰਿਹਾ ਸੀਗਾ। ਓਕੇ, ਅਤੇ ਇਹਨੂੰ ਭੇਜਣ ਵਾਲਾ ਜਿਹੜਾ ਬਾਦਸ਼ਾਹ ਸੀਗਾ ਬ੍ਰਿਟਿਸ਼ ਸਾਮਰਾਜ ਦੇ ਅਧੀਨ
इस नूं भेजण वाला बादशाह सीगा जी जेम्स पहला। जेम्स पहला दसे ना पा लिओ। ओके, जेम्स पहला जिहड़ा सीगा जिसने कि इस नूं भेजिया सीगा। ओके, इस तो बाद कैप्टन हाकिंग्स आउंदा है, उहदे नाल भी मुलाकात हुंदी हैगी है जी। जो 1608 ਦੇ ਦਰਮਿਆਨ ਹੁੰਦੀ, ਉਹ ਪਹਿਲਾ ਵਿਅਕਤੀ ਬਣ ਜਾਂਦਾ ਹੈ ਜਦੋਂ ਰਾਜਦੂਤ ਦੀ ਗੱਲ ਕਰਦੇ ਹੈਗੇ ਆ। ਬਟ ਭੇਟ ਕਰਨ ਵਾਲਾ ਜਿਹੜਾ ਵਿਅਕਤੀ ਹੈ ਉਹ ਸਰ ਟਾਮਸ रो ਸੀਗਾ। ਓਕੇ, ਨੈਕਸਟ ਹੈ ਜੀ 3 ਨੰਬਰ, ਅਲਬੁਰਕ ਨੇ ਗੋਆ ਨੂੰ 1510 ਦੇ ਵਿੱਚ ਕਿਸ ਤੋਂ ਖੋਇਆ ਸੀਗਾ? ਰਾਜਾ ਜਮੋਰਿਨ ਤੋਂ, बीजापुर ਦੇ ਸੁਲਤਾਨ ਤੋਂ, ਫਰਾਂਸ ਤੋਂ ਜਾਂ ਇੰਗਲੈਂਡ ਤੋਂ। ਸੋ ਅਲਬੁਰਕ ਨਾਮ ਦਾ ਇੱਕ ਵਿਅਕਤੀ ਸੀ ਜਿਹੜਾ ਕਿ ਪੁਰਤਗਾਲੀ ਸੀਗਾ। ਉਸਨੇ ਗੋਆ ਦੇ ਖੇਤਰ ਨੂੰ ਬੀਜਾਪੁਰ ਦਾ ਇੱਕ ਸੁਲਤਾਨ ਸੀਗਾ ਜੀ ਜਿਸ ਦਾ ਨਾਮ ਸੀਗਾ ਆਦਿਲ ਸ਼ਾਹ। ਆਦਿਲ ਸ਼ਾਹ ਤੋਂ ਗੋਆ ਨੂੰ ਖੋਹ ਲਿੱਤਾ ਸੀਗਾ। ਸਾਲ 1510 ਵਿੱਚ ਜੇਤੂ ਰਿਹਾ ਸੀਗਾ ਅਲਬੁਰਕ। ਫਿਰ 1510 ਤੋਂ ਲੈ ਕੇ 1961 ਤੱਕ ਜਿਹੜਾ ਹੈਗਾ ਗੋਆ ਇਹ ਪੁਰਤਗਾਲੀਆਂ ਦੇ ਅਧੀਨ ਹੀ ਰਿਹਾ ਸੀਗਾ। ਓਕੇ, ਪੁਰਤਗਾਲੀਆਂ ਦੇ ਅਧੀਨ ਰਿਹਾ ਸੀਗਾ ਤੇ ਗੋਆ ਸਾਲ 1961 ਦੇ ਵਿੱਚ ਜਿਹੜਾ ਹੈਗਾ ਆਜ਼ਾਦ ਹੁੰਦਾ ਹੈ। 1961 ਦੇ ਵਿੱਚ ਆਜ਼ਾਦ ਹੁੰਦਾ ਤੇ ਭਾਰਤ ਦੇ ਹਿੱਸੇ ਦੇ ਵਿੱਚ ਆਉਂਦਾ ਹੈ। ਠੀਕ ਹੈ ਜੀ, ਸਾਲ 1961 ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਹੈ ਕੁਐਸਚਨ ਨੰਬਰ 4, ਪੁਰਤਗਾਲੀਆਂ ਨੇ ਭਾਰਤ ਦੇ ਵਿੱਚ ਪਹਿਲੀ ਫੈਕਟਰੀ ਸਥਾਪਿਤ ਕੀਤੀ? ਕੋਚੀਨ ਵਿਖੇ, ਕਾਲੀਕਟ ਵਿਖੇ, ਪੁਲੀਕਟ ਵਿਖੇ ਜਾਂ ਕੈਨੂਰ ਵਿਖੇ। ਸੋ ਆਪਾਂ ਪਹਿਲਾਂ ਗੱਲ ਕਰ ਚੁੱਕੇ ਹੈਗੇ। ਸੋ ਪੁਰਤਗਾਲੀਆਂ ਦੀ ਪਹਿਲੀ ਫੈਕਟਰੀ ਜਿਹੜੀ ਹੈਗੀ ਉਹ ਕਾਲੀਕਟ ਵਿਖੇ ਸੀਗੀ ਜੀ। ਸਾਲ 1500 ਦੇ ਵਿੱਚ ਇਹ ਲਗਾ ਦਿੱਤੀ ਗਈ ਸੀਗੀ ਇਸ ਸਥਾਨ ਵਿਖੇ। ਦੂਸਰੀ ਫੈਕਟਰੀ ਉਹਨਾਂ ਦੀ ਜਿਹੜੀ ਹੈ ਉਹ ਕੋਚੀਨ ਵਿਖੇ ਸੀਗੀ। ਸੋ 1501 ਦੇ ਵਿੱਚ ਲਗਾਈ ਗਈ ਸੀਗੀ ਸੈਕੰਡ ਵਾਲੀ, ਆ ਫਸਟ ਵਾਲੀ ਸੀ। ਕਈ ਸਾਰੀਆਂ ਬੁੱਕਸ ਦੇ ਵਿੱਚ ਕਾਲੀਕਟ ਤੋਂ ਇਲਾਵਾ ਕੋਚੀਨ ਪਹਿਲੀ ਫੈਕਟਰੀ ਲਿਖਿਆ ਹੋਇਆ ਹੈਗਾ, ਬਹੁਤ ਸਾਰੀਆਂ ਬੁੱਕਸ ਦੇ ਵਿੱਚ ਦੇਖਣ ਨੂੰ ਮਿਲਦਾ। ਬਟ ਪਹਿਲੀ ਫੈਕਟਰੀ ਕਾਲੀਕਟ ਵਿਖੇ ਲੱਗੀ ਸੀਗੀ ਤੇ ਦੂਸਰੀ ਉਹਨਾਂ ਦੀ ਕੋਚੀਨ ਵਿਖੇ ਲੱਗੀ ਸੀਗੀ। ਓਕੇ, ਸੋ ਇਹ ਚੀਜ਼ ਦਾ ਧਿਆਨ ਰੱਖੋ। ਕਈ ਵਾਰ ਪੇਪਰ ਦੇ ਵਿੱਚ ਸ਼ਬਦ ਇੱਧਰ ਉੱਧਰ ਹੋ ਜਾਂਦੇ ਆ, ਮੀਨਸ ਕਿ ਆਪਸ਼ਨਾਂ ਦੇ ਵਿੱਚ ਚੇਂਜਸ ਕਰਦੇ ਹੋ ਤਾਂ ਉਹ ਤੁਸੀਂ ਉਸ ਤਰੀਕੇ ਦੇ ਨਾਲ ਧਿਆਨ ਰੱਖਿਓ ਇਸ ਦਾ। ਅਗਲਾ ਹੈ ਜੀ 5 ਨੰਬਰ ਕੁਐਸਚਨ, ਕਿਸ ਨੂੰ ਭਾਰਤ ਦੇ ਵਿੱਚ ਪੁਰਤਗਾਲੀ ਸਾਮਰਾਜ ਦਾ ਵਾਸਤਵਿਕ ਸੰਸਥਾਪਕ ਕਿਹਾ ਗਿਆ ਹੈਗਾ? ਫਰਾਂਸਿਸਕੋ ਡੀ ਅਲਮੇਡਾ ਨੂੰ, ਅਲਫਾਸੋ ਡੀ ਅਲਬੁਰਕ ਨੂੰ, ਨਾਨੋ ਦਾ ਕਨੂਹਾ ਜਾਂ ਫਿਰ ਉਪਰੋਕਤ ਦੇ ਵਿੱਚੋਂ ਕੋਈ ਨਹੀਂ। ਸੋ ਭਾਰਤ ਦੇ ਵਿੱਚ ਪੁਰਤਗਾਲੀ ਸਾਮਰਾਜ ਦਾ ਅਸਲ ਸੰਸਥਾਪਕ ਜਿਹਨੇ ਕਿ ਪੁਰਤਗਾਲੀ ਸਾਮਰਾਜ ਨੂੰ ਭਾਰਤ ਦੇ ਵਿੱਚ ਅਸਲ ਦੇ ਵਿੱਚ ਐਸਟੈਬਲਿਸ਼ ਕੀਤਾ ਹੈ, ਵਾਸਕੋ ਡੀ ਗਾਮਾ ਤੇ ਇੱਕ ਯਾਤਰੀ ਸੀਗਾ ਜਿਹਨੇ ਆ ਕੇ ਇੱਕ ਵਾਰੀ ਆਪਣੇ ਇੱਥੇ ਸੈਟਿੰਗ ਕੀਤੀ ਹੈ, ਇੰਡਸਟਰੀਆਂ ਲਗਾਈਆਂ ਨੇ। ਬਟ ਅਸਲ ਦੇ ਵਿੱਚ ਇਸ ਪੁਰਤਗਾਲੀ ਸਾਮਰਾਜ ਨੂੰ ਐਸਟੈਬਲਿਸ਼ ਕਰਨ ਵਾਲਾ ਜਿਹੜਾ ਵਿਅਕਤੀ ਸੀਗਾ ਉਹ ਸੀਗਾ ਜੀ ਫਰਾਂਸਿਸਕੋ ਡੀ ਅਲਮੇਡਾ। ਇਹਦੇ ਦੁਆਰਾ ਜਿਹੜਾ ਹੈ ਭਾਰਤ ਦੇ ਵਿੱਚ ਪੁਰਤਗਾਲੀ ਸਾਮਰਾਜ ਨੂੰ ਐਸਟੈਬਲਿਸ਼ ਕਰ ਦਿੱਤਾ ਗਿਆ ਸੀਗਾ। ਓਕੇ, ਸੋ ਇਹ ਫਰਾਂਸਿਸਕੋ ਡੀ ਅਲਮੇਡਾ ਜਿਹੜਾ ਹੈਗਾ ਪੁਰਤਗਾਲੀਆਂ ਦਾ ਪਹਿਲਾ ਵਾਇਸਰਾਏ ਸੀਗਾ। ਪੁਰਤਗਾਲੀਆਂ ਦਾ ਪਹਿਲਾ ਵਾਇਸਰਾਏ ਸੀਗਾ ਜੀ ਇਹ, ਸਭ ਤੋਂ ਪਹਿਲਾ। ਠੀਕ ਹੈ ਜੀ, ਜਿਹੜੇ ਕਿ ਸਾਲ 1505 ਦੇ ਵਿੱਚ ਵਾਇਸਰਾਏ ਦੇ ਅਹੁਦੇ ਦੇ ਉੱਪਰ ਬਿਰਾਜਮਾਨ ਹੋਇਆ ਸੀਗਾ ਤੇ ਫਿਰ ਇਸੇ ਨੇ ਹੀ ਭਾਰਤ ਦੇ ਵਿੱਚ ਪੁਰਤਗਾਲੀ ਸਾਮਰਾਜ ਨੂੰ ਐਸਟੈਬਲਿਸ਼ ਕਰ ਦਿੱਤਾ ਸੀ। ਸੋ ਅਸਲ ਸੰਸਥਾਪਕ ਹੈ ਜੀ ਵੈਰੀ ਵੈਰੀ ਇੰਪੋਰਟੈਂਟ, ਫਰਾਂਸਿਸਕੋ ਡੀ ਅਲਮੇਡਾ, ਪੁਰਤਗਾਲੀ ਸਾਮਰਾਜ ਦਾ ਅਸਲ ਸੰਸਥਾਪਕ। ਨੈਕਸਟ ਹੈ ਜੀ ਅਲਫਾਸੋ ਡੀ ਅਲਬੁਰਕ। ਸੋ ਇਹਦੇ ਬਾਰੇ ਵੀ ਜਾਣ ਲਵੋ ਜੀ। ਸੇ 1509 ਦੇ ਵਿੱਚ ਭਾਰਤ ਦੇ ਵਿੱਚ ਵਿਜ਼ਿਟ ਕਰਦਾ ਹੈ ਅਤੇ ਇੱਥੇ ਆਪਣਾ ਜਿਹੜਾ ਸਿਸਟਮ ਸ਼ੁਰੂ ਕਰਦਾ ਹੈ। ਓਕੇ, ਇਹ ਅਲਬੁਰਕ ਹੀ ਸੀਗਾ ਜੀ ਜਿਸ ਨੇ ਕਿ ਸਾਲ 1510 ਦੇ ਵਿੱਚ ਆ ਕੇ ਗੋਆ ਨੂੰ ਜਿੱਤ ਲਿਆ ਸੀਗਾ। ਲਾਸਟ ਕੁਐਸਚਨ 'ਚ ਵੀ ਆਪਾਂ ਗੱਲ ਕੀਤੀ ਹੈ। ਸੋ ਗੋਆ ਨੂੰ ਜਿੱਤਣ ਵਾਲਾ ਸੀਗਾ ਜੀ। ਪੂਰਾ ਨਾਮ ਜਿਹੜਾ ਇਸਦਾ ਹੈ ਅਲਫਾਸੋ ਡੀ ਅਲਬੁਰਕ, ਆਪਾਂ ਉੱਥੇ ਇਕੱਲਾ ਅਲਬੁਰਕ ਜਿਹੜਾ ਹੈ ਉਸ ਨੂੰ ਸਮਝਿਆ ਸੀ। ਨੈਕਸਟ ਹੈ ਕੁਐਸਚਨ ਨੰਬਰ 6, ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ ਗਈ ਸੀਗੀ? ਗੋਆ ਦੇ ਵਿੱਚ, ਬੰਗਾਲ ਦੇ ਹੁਗਲੀ ਖੇਤਰ ਦੇ ਵਿੱਚ, ਅਕਾਟ ਦੇ ਵਿੱਚ ਜਾਂ ਸੂਰਤ ਦੇ ਵਿੱਚ। ਸੋ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਸਭ ਤੋਂ ਪਹਿਲੀ ਫੈਕਟਰੀ ਜਿਹੜੀ ਲੱਗੀ ਸੀਗੀ ਉਹ ਸੂਰਤ ਦੇ ਵਿੱਚ ਲੱਗੀ ਸੀਗੀ। ਓਕੇ, ਸੋ ਸੂਰਤ ਦੇ ਵਿੱਚ ਸਾਲ 1608 ਦੇ ਵਿੱਚ ਇਹਨਾਂ ਦੀ ਪਹਿਲੀ ਫੈਕਟਰੀ ਲੱਗੀ ਸੀਗੀ। ਓਕੇ, ਇਸ ਤੋਂ ਇਲਾਵਾ ਸਾਲ 1613 ਦੇ ਵਿੱਚ ਸੈਕੰਡ ਫੈਕਟਰੀ ਜਿਹੜੀ ਹੈ ਅੰਗਰੇਜ਼ਾਂ ਦੀ ਸੂਰਤ ਦੇ ਵਿੱਚ ਲੱਗੀ ਸੀ। ਦੋ ਇੱਕੋ ਜਗ੍ਹਾ ਦੇ ਉੱਪਰ ਲੱਗੀ ਹੈ, ਪਹਿਲੀ 1608 ਦੇ ਵਿੱਚ ਅਤੇ ਦੂਸਰੀ 1613 ਦੇ ਵਿੱਚ ਹੈਗੀ। ਓਕੇ, ਇਹਨਾਂ ਦੇ ਵਿਚਕਾਰ ਜੇਕਰ ਸੈਕੰਡ ਨੰਬਰ ਦੇ ਉੱਪਰ ਆਉਂਦੀ ਹੈਗੀ ਬਿਲਕੁਲ ਸੈਕੰਡ, ਠੀਕ ਹੈ, ਇਹ ਤਾਂ ਦੋ ਇੱਕੋ ਜਗ੍ਹਾ ਦੇ ਉੱਪਰ ਹੋਗੀ। ਵੈਸੇ ਜਿਹੜਾ ਰੈਂਕ ਬਣੂਗਾ 1608 ਤੋਂ ਬਾਅਦ ਦੂਸਰੀ ਫੈਕਟਰੀ ਜਿਹੜੀ ਭਾਰਤ ਦੇ ਵਿੱਚ ਲੱਗਦੀ ਹੈ ਉਹ ਲੱਗਦੀ ਹੈ ਮਸੂਲੀਪਟਨਮ ਦੇ ਵਿੱਚ। ਓਕੇ, ਮਸੂਲੀਪਟਨਮ ਦੇ ਵਿੱਚ ਲੱਗਦੀ ਹੈ ਜੀ, ਜਿਹੜਾ ਕਿ ਆਂਧਰਾ ਪ੍ਰਦੇਸ਼ ਦਾ ਖੇਤਰ ਹੈ। ਸੋ ਉਸ ਸਥਾਨ ਵਿਖੇ ਇਹਨਾਂ ਨੇ ਆਪਣੀ ਸੈਕੰਡ ਇੰਡਸਟਰੀ ਲਗਾਈ ਸੀਗੀ ਸਾਲ 1611 ਦੇ ਵਿੱਚ।
ये रैंक के अनुसार दूजी बनूगी, आ 1613 वाली जी है रैंक के अकॉर्डिंग तीजी बनूगी, पर सूरत के दूजी बनू। इस कारण करके दोनों इकट्ठियां लिखाइया ने गियां, और उधरली साइड पर मसूलीपट्टनम दूसरी हैगी रैंक के अकॉर्डिंग, साल के अकॉर्डिंग। ओके, ये अंग्रेज़ों दी पहलियां फैक्टरियां ने, ये बहुत बहुत ज़्यादा पूछिया जांदियां हैगियां ने। ओके, नैक्सट है जी क्वेश्चन नंबर 7, ब्रिटिश ईस्ट इंडिया कंपनी की स्थापना कदों हुई? 1600 के 1498 के 1616 के या 1602 के। सो ब्रिटिश ईस्ट इंडिया कंपनी की स्थापना साल 1600 के की गई सीगी जी, अते जदों ये ईस्ट इंडिया कंपनी की स्थापना की गई सीगी उस समय ब्रिटिशरां दी राणी सीगी जी एलिजाबेथ पहली, एलिजाबेथ पहली। ओके, सो पहला ये व्यापार करने का जिहड़ा समा सीगा, मीनज कि ब्रिटिश ईस्ट इंडिया कंपनी सीगी जिहड़ी कल्ले इहदा मुख काम सी व्यापार करना, ते कुछ कुछ सालां दा जिहड़ा समा निर्धारित किया गया सीगा, पर हौली हौली इस दे विच इनक्रीज हुंदा गया, वाधा हुंदा गया, फिर अनलिमिटेड समय तक जिहड़ा है इन्हां नूं व्यापार करन दी आग्या जिहड़ी आ ओह दे दित्ती गई सीगी। 1498 दे विच वास्को डी गामा जिहड़ा है ये भारत दे विच आउंदा है जी, अते वास्को डी गामा भारत दे विच आउंदा है ते भारत दे विच पुर्तगाली साम्राज लैके आउंदा है। ठीक है, इस तो इलावा 1616 दे विच डेनिस ईस्ट इंडिया कंपनी जिहड़ी हैगी आ इहदी स्थापना की जाती है, डेनिस ईस्ट इंडिया कंपनी। ओके, 1602 दे विच डच ईस्ट इंडिया कंपनी जिहड़ी है उस दी स्थापना की जाती है, इस दे विच पुर्तगालियां दी सीगी। ओके, बी वाले ऑप्शन दे विच, ते सारा ध्यान दे नाल नोट कर लियो, सुन लियो, काफ़ी सारियां चीज़ां जिहड़ियां इहदे विच ऐड कीतियां होईयां ने। नैक्सट है जी 8 नंबर, भारत दे विच कंपनी का सही क्रम करो, भाव किहड़ियां कंपनियां किस किस तरीके नाल भारत दे विच आउंदियां ने? डच, डेनिस, अंग्रेज, पुर्तगाली, स्वीडिश, पुर्तगाली, अंग्रेज, डच या पुर्तगाली, डच, अंग्रेज। सो भारत दे विच कंपनियां का सही क्रम जिहड़ा बनदा वो सी ऑप्शन है। सो पहला पुर्तगाली आउंदे आ, फिर अंग्रेज आउंदे आ, अंग्रेज़ां तो बाद डच आउंदे है, डचां तो बाद डेनिस आउंदे हैगे, डेनिस तो बाद फ्रांसीसी आउंदे हैगे भारत दे विच, फ्रांसीसियां तो बाद स्वीडिश आउंदे हैगे। सो ये 4-5 जिहड़ियां प्रमुख ब्रिटिश ईस्ट इंडिया कंपनियां ने कि यूरोपन ईस्ट इंडिया कंपनियां ने जिन्हां दा मुख काम रहा सी भारत दे विच आके व्यापार करना, पर बाद दे विच इन्हां ने अपना कब्जा ही इत्थे जमा लिया सीगा। नैक्सट है जी 9 नंबर, भारत दे विच छापाखाना कौन लैके आया सीगा? डच लैके आए, अंग्रेज़ लैके आए, पुर्तगाली लैके आए या डेनिश लैके आए? सो भारत दे विच छापाखाना का जिहड़ा सिरा जांदा है जी ये पुर्तगालियां नूं जांदा है, क्योंकि भारत दे विच पुर्तगाली ही छापाखाना लैके आए सीगे। छापेखाने की पहली वरतों कई बार मुसलमानों के विचों ही पुछ लैंदे आ, तां मुसलमान सब तो पहला छापाखाने की वरतों करते हैं। इस तो इलावा पुर्तगालियां का नाम भी जिहड़ा दे विच आउंदा है जी छापेखाने नूं लैके। ओके, पुर्तगाली भारत दे विच आलू की खेती की भी शुरुआत करते हैगे, तंबाकू की खेती की भी शुरुआत करते हैं भारत दे विच, ये मक्की की खेती की भी शुरुआत करते हैं जी भारत दे विच, अते समुद्री जहाज़ ते मिर्च इहदे नाल जुड़े हुए हैगे जी पुर्तगाली, समुद्री जहाज़ अते काली मिर्च, स्पैशली काली मिर्च। ओके, सो इन्हां दी खेती जिहड़ी है भारत दे विच शुरुआत की गई सी पुर्तगालियां दे द्वारा। वैरी वैरी इंपॉर्टेंट। नैक्सट है जी 10 नंबर, डचां ने अपनी पहली फैक्ट्री भारत दे विच कदों लगाई सीगी? 1600 दे विच, 1602 दे विच, 1605 दे विच या 1610 दे विच? सो डचां ने अपनी सब तो पहली फैक्ट्री लगाई सीगी साल 1605 के दरम्यान। ओके, सो ये सब तो पहली फैक्ट्री सीगी इन्हां दी, अते दूसरी फैक्ट्री जिहड़ी सीगी इन्हां दी लगी 1610 दे विच लगी सीगी, ये पुलीकट दे विच लगी सी। पुलीकट दा खेतर भी जिहड़ा केरला वाले खेतर दे विच पै जांदा हैगा पुलीकट। ओके, ये सैकेंड फैक्ट्री सीगी जी डचां दी, पहली 1605 दे विच हैगी जिहड़ी कि मसूलीपट्टनम दे विच लगी सीगी जी, आंध्र प्रदेश वाले खेतर च मसूलीपट्टनम दे विच लगी सीगी फस्ट इंडस्ट्री डचां दी, दूसरी पुलीकट दे विच लगी सीगी। ओके, और पहला नागरिक जिहड़ा कि डचां दा सी ते भारत दे विच पहुंचदा है वो भी जरूर नोट कर लिओ जी, पहला नागरिक डचां दा सीधा नाम सीगा जी कार्नेलिस डहस्तानमन। ओके, कार्नेलिस डहस्तानमन। ओके जी, सो ये पहला नागरिक सीगा जिहड़ा कि डचां दा सी ते भारत दे विच विजिट करता हैगा 1759 दे दरम्यान। नैक्सट है जी अगला क्वेश्चन 11, ब्रिटिश ईस्ट इंडिया कंपनी का पहला नागरिक सीगा सर टॉमस रो, टॉमस स्मिथ, जेम्स या अल्मीडा?
ਸੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਪਹਿਲਾ ਗਵਰਨਰ ਜੋ ਭਾਰਤ ਦੇ ਵਿੱਚ ਆਂਦਾ ਹੈ ਸੋ ਸੀਗਾ ਜੀ ਟਾਮਸ ਸਮਿਥ। ਟਾਮਸ ਸਮਿਥ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਪਹਿਲਾ ਗਵਰਨਰ ਜਿਹੜਾ ਹੈ ਕੰਪਨੀ ਦਾ ਨਿਯੁਕਤ ਕੀਤਾ ਗਿਆ ਸੀਗਾ। ਸਾਲ 1600 ਦੇ ਦਰਮਿਆਨ ਜਦੋਂ ਕੰਪਨੀ ਬਣੀ ਸੀਗੀ ਈਸਟ ਇੰਡੀਆ ਕੰਪਨੀ ਬ੍ਰਿਟਿਸ਼ਾਂ ਦੀ, ਤਾਂ ਉਹਦਾ ਪਹਿਲਾ ਗਵਰਨਰ ਨਿਯੁਕਤ ਕੀਤਾ ਸੀਗਾ ਟਾਮਸ ਸਮਿਥ ਨੂੰ। ਵੈਰੀ ਵੈਰੀ ਇੰਪੋਰਟੈਂਟ। ਓਕੇ, ਇੱਕ ਇਹਨਾਂ ਦੇ ਵਿੱਚੋਂ ਸਰ ਟਾਮਸ ਰੋ ਆ, ਇਹ ਦੋਨੋਂ ਨਾਮ ਮਿਲਦੇ ਜੁਲਦੇ ਪਰ ਦੋਨਾਂ ਦੇ ਵਿੱਚ ਫਰਕ ਹੈਗਾ ਗਾ। ਜਿਹੜਾ ਟਾਮਸ ਸਮਿਥ ਹੈ ਇਹ ਇੱਕ ਗਵਰਨਰ ਹੈ ਜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ, ਅਤੇ ਜਿਹੜਾ ਸਰ ਟਾਮਸ ਰੋ ਹੈ ਇਹ ਇੱਕ ਰਾਜਦੂਤ ਹੈ। ਇਹ ਇੱਕ ਰਾਜਦੂਤ ਹੈ ਜਿਹਨੇ ਭਾਰਤ ਦੀ ਯਾਤਰਾ ਕੀਤੀ ਸੀ, ਜਹਾਂਗੀਰ ਦੇ ਨਾਲ ਮੁਲਾਕਾਤ ਕੀਤੀ ਸੀਗੀ। ਇਹ ਸਾਲ 1615 ਤੋਂ ਲੈ ਕੇ 1619 ਤੱਕ ਭਾਰਤ ਦੇ ਵਿੱਚ ਰਿਹਾ ਸੀ ਜਹਾਂਗੀਰ ਦੇ ਦਰਬਾਰ ਦੇ ਵਿੱਚ। ਓਕੇ, ਨੈਕਸਟ ਹੈ ਜੀ 12 ਨੰਬਰ, ਕਿਹੜਾ ਪਹਿਲਾ ਅੰਗਰੇਜ਼ ਰਾਜਦੂਤ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਇਆ ਸੀਗਾ? ਜਾਨ ਮਲਡੇਨਹਾਲ, ਟਾਮ ਸਮਿਥ, ਹਾਕਿੰਗਸ ਜਾਂ ਫਿਰ ਨੋਰਿਸ। ਸੋ ਇਹਨਾਂ ਦੇ ਵਿੱਚੋਂ ਪਹਿਲਾ ਦੱਸਣਾ ਹੈ। ਸੋ ਪਹਿਲਾ ਜਿਹੜਾ ਰਾਜਦੂਤ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਇਆ ਸੀਗਾ ਜੀ ਉਹ ਸੀਗਾ ਕੈਪਟਨ ਹਾਕਿੰਗਸ। ਸੇ ਸਭ ਤੋਂ ਪਹਿਲਾ ਜਿਹੜਾ ਹੈ ਰਾਜਦੂਤ ਸੀਗਾ। ਦੂਸਰਾ ਉਸ ਤੋਂ ਬਾਅਦ ਸਰ ਟਾਮਸ ਰੋ ਆਉਂਦਾ ਹੈਗਾ, ਠੀਕ ਹੈ। ਇਹ ਪਹਿਲਾ ਕੈਪਟਨ ਹਾਕਿੰਗਸ ਸੀਗਾ। ਸੋ ਇਹ ਸਾਲ 1608 ਦੇ ਵਿੱਚ ਭਾਰਤ ਦੇ ਵਿੱਚ ਪਹੁੰਚਦਾ ਹੈਗਾ ਗਾ, ਅਤੇ ਮੁਲਾਕਾਤ ਹੁੰਦੀ ਹੈ ਦੀ 1609 ਦੇ ਵਿੱਚ ਜਹਾਂਗੀਰ ਦੇ ਨਾਲ। 1609 ਦੇ ਵਿੱਚ ਮੁਲਾਕਾਤ ਹੁੰਦੀ ਹੈਗੀ ਆ ਆਗਰਾ ਨਾਮੀ ਸਥਾਨ ਵਿਖੇ। ਆਗਰਾ ਵਿਖੇ ਇਹਨਾਂ ਦੀ ਮੁਲਾਕਾਤ ਹੁੰਦੀ ਹੈਗੀ, ਅਤੇ ਇਹੀ ਕੈਪਟਨ ਹਾਕਿੰਗ ਸੀਗਾ ਜਿਸ ਨੂੰ ਜਹਾਂਗੀਰ ਨੇ ਜਿਹੜਾ ਹੈ ਮਨਸਬਦਾਰ ਨਿਯੁਕਤ ਕੀਤਾ ਸੀਗਾ। ਮਨਸਬਦਾਰ ਨਿਯੁਕਤ ਕੀਤਾ ਸੀਗਾ। ਓਕੇ, ਵੈਰੀ ਵੈਰੀ ਇੰਪੋਰਟੈਂਟ ਜੀ। ਕਿਸ ਨੂੰ ਨਿਯੁਕਤ ਕੀਤਾ ਸੀਗਾ? ਅੰਗਰੇਜ਼ ਅਫਸਰ ਨੂੰ ਮਨਸਬਦਾਰ ਨਿਯੁਕਤ ਕੀਤਾ ਸੀ ਕੈਪਟਨ ਹਾਕਿੰਗਸ ਨੂੰ। ਜਹਾਂਗੀਰ ਦੇ ਦੁਆਰਾ ਇਸ ਨੂੰ ਨਿਯੁਕਤ ਕੀਤਾ ਗਿਆ ਸੀਗਾ, ਅਤੇ ਇਸੇ ਨੇ ਹੀ ਸੂਰਤ ਦੇ ਵਿੱਚ ਦੂਸਰੀ ਫੈਕਟਰੀ ਜਿਹੜੀ 1613 ਦੇ ਵਿੱਚ ਲੱਗੀ ਸੀ ਉਸ ਨੂੰ ਲਗਾਉਣ ਦੀ ਇਜਾਜ਼ਤ ਵੀ ਲੈਤੀ ਸੀਗੀ ਇਸੇ ਕੈਪਟਨ ਹਾਕਿੰਗਸ ਦੇ ਦੁਆਰਾ ਹੀ। ਓਕੇ, ਨੈਕਸਟ ਹੈ ਕੁਐਸਚਨ ਨੰਬਰ 13, ਅੰਗਰੇਜ਼ਾਂ ਦੀ ਦੱਖਣ ਭਾਰਤ ਦੇ ਵਿੱਚ ਪਹਿਲੀ ਫੈਕਟਰੀ ਕਿਹੜੀ ਸੀਗੀ? ਸੂਰਤ ਦੇ ਵਿੱਚ, ਕਾਲੀਕਟ ਵਿਖੇ, ਮਸੂਲੀਪਟਨਮ ਵਿਖੇ ਜਾਂ ਫਿਰ ਕੋਲਕਾਤਾ ਵਿਖੇ। ਸੋ ਅੰਗਰੇਜ਼ਾਂ ਦੀ ਦੱਖਣੀ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਫੈਕਟਰੀ ਲੱਗੀ ਸੀਗੀ ਮਸੂਲੀਪਟਨਮ ਦੇ ਵਿੱਚ, ਠੀਕ ਹੈ, ਜਿਹੜੀ ਕਿ ਸਾਲ 1611 ਦੇ ਵਿੱਚ ਲੱਗੀ ਸੀ। ਪਹਿਲੀ ਸੂਰਤ ਦੇ ਵਿੱਚ 1608 ਦੇ ਵਿੱਚ, ਫਿਰ ਦੂਸਰੀ ਦੱਖਣ ਦੇ ਵਿੱਚ ਲੱਗੀ ਸੀ, ਅਤੇ ਦੱਖਣੀ ਭਾਰਤ ਦੀ ਪਹਿਲੀ ਫੈਕਟਰੀ ਕਾ ਹੁੰਦੀ ਹੈ 1611 ਦੇ ਵਿੱਚ ਮਸੂਲੀਪਟਨਮ ਦੇ ਵਿੱਚ। ਖੇਤਰ ਪੈਂਦਾ ਹੈ ਆਂਧਰਾ ਪ੍ਰਦੇਸ਼ ਦਾ, ਸੋ ਉੱਥੇ ਸਥਿਤ ਹੈ ਜੀ ਇਹ ਵਾਲੀ ਫੈਕਟਰੀ ਪਹਿਲੀ ਇਹਨਾਂ ਦੀ। ਅਗਲਾ ਸਵਾਲ ਹੈ ਜੀ 14 ਨੰਬਰ, ਰੈੱਡ ਡਰੈਗਨ ਕੀ ਹੈ ਜੀ? ਅੰਗਰੇਜ਼ ਅਧਿਕਾਰੀ ਸੀ, ਜਹਾਂਗੀਰ ਦਾ ਤੋਹਫਾ ਸੀ, ਸਮੁੰਦਰੀ ਜਹਾਜ਼ ਸੀ ਤੇ ਫੈਕਟਰੀ ਸੀ। ਰੈੱਡ ਡਰੈਗਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਇੱਕ ਜਹਾਜ਼ ਸੀਗਾ ਜਿਹੜਾ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦਾ ਹੈਗਾ ਗਾ। ਸੋ ਇਹ ਪਹਿਲਾ ਸਮੁੰਦਰੀ ਜਹਾਜ਼ ਹੈ ਜਿਹੜਾ ਸਮੁੰਦਰ ਦੇ ਰਸਤੇ ਰਾਹੀਂ ਭਾਰਤ ਦੇ ਵਿੱਚ ਵਿਜ਼ਿਟ ਕਰਦਾ ਹੈ, ਰੈੱਡ ਡਰੈਗਨ। ਓਕੇ, ਅਗਲਾ ਸਵਾਲ ਹੈ ਜੀ 15 ਨੰਬਰ, ਕੈਪਟਨ ਹਾਕਿੰਗਸ ਦੀ ਮੁਲਾਕਾਤ ਜਹਾਂਗੀਰ ਦੇ ਨਾਲ ਕਿੱਥੇ ਹੋਈ ਸੀ? ਦਿੱਲੀ ਦੇ ਵਿੱਚ ਹੋਈ ਸੀ, ਕੋਲਕਾਤਾ ਦੇ ਵਿੱਚ ਹੋਈ, ਆਗਰਾ ਦੇ ਵਿੱਚ ਹੋਈ ਜਾਂ ਸੂਰਤ ਦੇ ਵਿੱਚ? ਕੈਪਟਨ ਹਾਕਿੰਗਸ ਦੀ ਮੁਲਾਕਾਤ ਜਹਾਂਗੀਰ ਦੇ ਨਾਲ ਆਗਰਾ ਵਿਖੇ ਹੋਈ ਸੀਗੀ ਸਾਲ 1609 ਦੇ ਵਿੱਚ, ਠੀਕ ਹੈ। ਸੋ ਇਸ ਸਥਾਨ ਵਿਖੇ ਦੋਨੋਂ ਜਿਹੜੀਆਂ ਇੱਕ ਦੂਸਰੇ ਨੂੰ ਮਿਲੇ ਸੀ। ਨੈਕਸਟ ਹੈ 16 ਨੰਬਰ, ਇੰਗਲੈਂਡ ਦੇ ਕਿਸ ਸ਼ਾਸਕ ਨੂੰ ਬੰਬਈ ਦਾਜ ਦੇ ਵਿੱਚ ਮਿਲਿਆ ਸੀਗਾ ਜੀ? ਜੇਮਜ਼ ਪਹਿਲੇ ਨੂੰ, ਐਲਿਜ਼ਾਬੈਥ ਨੂੰ, ਚਾਰਲਸ ਦੂਜੇ ਨੂੰ ਜਾਂ ਚਾਰਲਸ ਚੌਥੇ ਨੂੰ? ਸੋ ਇੰਗਲੈਂਡ ਦਾ ਸ਼ਾਸਕ ਸੀਗਾ ਜੀ ਜਿਸ ਦਾ ਨਾਮ ਸੀ ਚਾਰਲਸ ਦੂਜਾ। ਸੋ ਇਸ ਨੂੰ ਬੰਬਈ ਜਿਹੜਾ ਹੈ ਉਹ ਦਾਜ ਦੇ ਵਿੱਚ ਮਿਲਿਆ ਸੀਗਾ। ਓਕੇ, ਕੀ ਹੋਇਆ ਸੀਗਾ ਕਿ ਸਾਲ 1661 ਦੇ ਦੌਰਾਨ ਚਾਰਲਸ ਦੂਜੇ ਦਾ ਵਿਆਹ ਹੁੰਦਾ ਹੈ ਜੀ। ਓਕੇ, ਕਿਸ ਦੇ ਨਾਲ ਹੋਇਆ ਸੀ ਵਿਆਹ? ਪੁਰਤਗਾਲੀ ਰਾਜਕੁਮਾਰੀ ਸੀਗੀ, ਪੁਰਤਗਾਲੀ ਰਾਜਕੁਮਾਰੀ, ਪੁਰਤਗਾਲੀ ਰਾਜਕੁਮਾਰੀ ਜਿਸ ਦਾ ਨਾਮ ਸੀਗਾ ਜੀ ਕੈਥਰੀਨ ਆਫ ਬਰਗਨੇਜ਼ਾ, ਕੈਥਰੀਨ ਆਫ ਬਰਗਨੇਜ਼ਾ। ਓਕੇ, ਸੋ ਇਹ ਰਾਣੀ ਦਾ ਨਾਮ ਸੀਗਾ ਜੀ ਜਿਹੜੀ ਕਿ ਪੁਰਤਗਾਲ ਤੋਂ ਸੀਗੀ, ਅਤੇ ਬ੍ਰਿਟਿਸ਼ ਸ਼ਾਸਕ ਚਾਰਲਸ ਦੂਜੇ ਦੇ ਨਾਲ ਇਸ ਦੀ ਮੈਰਿਜ ਹੋਈ ਸੀਗੀ 1661 ਦੇ ਦੌਰਾਨ। ਇਸ ਦੇ ਦੌਰਾਨ ਪੁਰਤਗਾਲੀਆਂ ਨੇ ਦਾਜ ਦੇ ਵਿੱਚ ਜਿਹੜਾ ਹੈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਇਸ ਸ਼ਾਸਕ ਨੂੰ ਜਿਹੜਾ ਹੈ ਮੁੰਬਈ ਜਿਹੜਾ ਹੈ ਉਹ ਦਾਨ ਦੇ ਵਿੱਚ ਦੇ ਦਿੱਤਾ ਸੀਗਾ, ਠੀਕ ਹੈ। ਪਰ ਬਾਅਦ ਦੇ ਵਿੱਚ 1668 ਦੇ ਦੌਰਾਨ ਜਿਹੜਾ ਹੈ ਇਸ ਚਾਰਲਸ ਦੂਜੇ ਨੇ ਮੁੰਬਈ ਨੂੰ ਜਿਹੜਾ ਹੈਗਾ ਗਾ ਬਈ ਠੇਕੇ ਦੇ ਉੱਪਰ ਭਾਵ ਕਿਰਾਏ ਦੇ ਉੱਪਰ ਦੇ ਦਿੱਤਾ ਸੀਗਾ। ਫਿਰ ਇਸ ਤੋਂ ਬਾਅਦ ਮਤਲਬ ਦੀ ਡਿਵੈਲਪਮੈਂਟ ਹੋਣੀ ਜਿਹੜੀ ਉਹ ਸ਼ੁਰੂ ਹੋ ਗਈ ਸੀਗੀ। ਨੈਕਸਟ ਹੈ ਜੀ 17 ਨੰਬਰ, ਸਰ ਜਾਨ ਚਾਈਲਡ ਅੰਗਰੇਜ਼ ਗਵਰਨਰ ਨੂੰ ਭਾਰਤ ਦੇ ਵਿੱਚੋਂ ਦੇਸ਼ ਨਿਕਾਲਾ ਕਿਸ ਮੁਗਲ ਬਾਦਸ਼ਾਹ ਨੇ ਦਿੱਤਾ ਸੀਗਾ?
ਜਹਾਂਗੀਰ ਨੇ ਦਿੱਤਾ ਸੀ, ਸ਼ਾਹਜਹਾਂ ਨੇ ਦਿੱਤਾ ਸੀ, ਔਰੰਗਜ਼ੇਬ ਨੇ ਦਿੱਤਾ ਸੀ ਜਾਂ ਫਿਰ ਖੁਸ਼ੀਰ ਨੇ ਦਿੱਤਾ ਸੀ। ਸੋ ਸਰ ਜਾਨ ਚਾਈਲਡ ਅੰਗਰੇਜ਼ ਗਵਰਨਰ ਸੀਗਾ। ਇਸ ਨੂੰ ਭਾਰਤ ਦੇ ਵਿੱਚੋਂ ਕੱਢਣ ਵਾਲਾ ਸ਼ਾਸਕ ਸੀਗਾ ਜੀ ਔਰੰਗਜ਼ੇਬ। ਸੋ ਇਸ ਨੇ ਦੇਸ਼ ਨਿਕਾਲੇ ਦੇ ਨਾਂ ਦੇ ਦਿੱਤਾ ਸੀਗਾ ਇਸ ਨੂੰ। ਓਕੇ, ਜਹਾਂਗੀਰ ਪਹਿਲਾ ਮੁਗਲ ਬਾਦਸ਼ਾਹ ਹੈ ਜਿਨ੍ਹਾਂ ਨੇ ਕਿ ਅੰਗਰੇਜ਼ਾਂ ਨੂੰ ਜਿਹੜਾ ਹੈ ਭਾਰਤ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਹਿ ਸਕਦਾ ਹੈ ਨਾ ਵਪਾਰ ਕਰਨ ਦੀ ਆਗਿਆ ਦੇ ਦਿੱਤੀ ਸੀਗੀ। ਓਕੇ, ਸੋ ਪਹਿਲਾਂ ਆ ਜਾਂਦਾ ਹੈ ਜੀ। ਔਰ ਇਸ ਦੇ ਸਮੇਂ ਦੇ ਵਿੱਚ ਕੈਪਟਨ ਹਾਕਿੰਗਜ਼ ਆਉਂਦਾ ਹੈਗਾ ਗਾ ਅਤੇ ਸਰ ਟਾਮ ਸਰੋ ਜਿਹੜਾ ਹੈ ਉਹ ਵੀ ਇਸੇ ਦੇ ਕਾਰਜਕਾਲ ਦੇ ਵਿੱਚ ਤੇ ਇਸੇ ਦੇ ਦਰਬਾਰ ਦੇ ਵਿੱਚ ਆਉਂਦਾ ਹੈ। ਸ਼ਾਹਜਹਾਂ ਪਹਿਲਾ ਮੁਗਲ ਬਾਦਸ਼ਾਹ ਸੀਗਾ ਜਿਸ ਨੇ ਪੁਰਤਗਾਲੀਆਂ ਨੂੰ ਹਰਾਇਆ ਸੀਗਾ, ਪੁਰਤਗਾਲੀਆਂ ਨੂੰ ਹਰਾਇਆ ਸੀਗਾ ਜੀ। ਇਹ ਸ਼ਾਹਜਹਾਂ ਸੀਗਾ ਪਹਿਲਾ ਮੁਗਲ ਬਾਦਸ਼ਾਹ। ਓਕੇ, ਖੁਸ਼ੀਰ ਪਹਿਲਾ ਮੁਗਲ ਬਾਦਸ਼ਾਹ ਸੀਗਾ ਜਿਹਨੇ ਅੰਗਰੇਜ਼ਾਂ ਨੂੰ ਬਿਨਾਂ ਚੁੰਗੀ ਕਰਦੇ ਜਿਹੜਾ ਹੈ ਵਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਸੀਗੀ। ਚੁੰਗੀ ਕਰਦੇ ਵਪਾਰ ਕਰਨ ਦੀ ਆਗਿਆ ਦਿੱਤੀ ਸੀ। ਨੈਕਸਟ ਹੈ ਕੁਐਸਚਨ ਨੰਬਰ 18, ਕਰਨਲ ਕਲਾਈਵ ਦਾ ਗਿੱਦੜ ਕਿਸ ਨੂੰ ਕਿਹਾ ਗਿਆ ਹੈ? ਮੀਰ ਕਾਸਿਮ ਨੂੰ, ਸਿਰਾਜ ਉਦੌਲਾ ਨੂੰ, ਮੀਰ ਜਾਫਰ ਨੂੰ ਜਾਂ ਉਪਰੋਕਤ ਦੇ ਵਿੱਚੋਂ ਕੋਈ ਨਹੀਂ ਹੈ। ਸੋ ਕਰਨਲ ਕਲਾਈਵ ਦਾ ਗਿੱਦੜ ਕਿਹਾ ਗਿਆ ਹੈ ਜੀ ਮੀਰ ਜਾਫਰ ਨੂੰ। ਮੀਰ ਜਾਫਰ ਨੂੰ ਜਿਹੜਾ ਹੈ ਭਾਰਤ ਦਾ ਸਭ ਤੋਂ ਵੱਡਾ ਗਦਾਰ ਵੀ ਕਿਹਾ ਜਾਂਦਾ ਹੈਗਾ ਗਾ, ਭਾਰਤ ਦਾ ਸਭ ਤੋਂ ਵੱਡਾ ਗਦਾਰ, ਕਿਉਂਕਿ ਇਹਦੀ ਬਦੌਲਤ ਹੀ ਜਿਹੜਾ ਹੈਗਾ ਗਾ ਕਰਨਲ ਕਲਾਈਵ ਲਾਰਡ ਕਲਾਈਵ ਜਿਹੜਾ ਹੈਗਾ ਗਾ ਉਹ ਭਾਰਤ ਦੇ ਉੱਪਰ ਆਪਣਾ ਦਬਦਬਾ ਬਣਾਉਣ ਦੇ ਵਿੱਚ ਕਾਮਯਾਬ ਹੁੰਦਾ, ਜਿਸ ਦੇ ਵਿੱਚ ਪਲਾਸੀ ਦੀ ਲੜਾਈ ਦੇ ਵਿੱਚ ਤੇ ਬਕਸਰ ਦੀ ਲੜਾਈ ਦੇ ਵਿੱਚ ਜੇਤੂ ਰਹਿੰਦਾ ਹੈਗਾ ਗਾ। ਓਕੇ, ਜਿਸ ਦੇ ਕਾਰਨ ਕਰਕੇ ਭਾਰਤ ਦਾ ਸਭ ਤੋਂ ਵੱਡਾ ਗਦਾਰ ਦਾ ਜਿਹੜਾ ਰੈਂਕ ਦਿੱਤਾ ਗਿਆ ਹੈ ਜੀ ਉਹ ਮੀਰ ਜਾਫਰ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਇਸ ਨੂੰ ਲਾਰਡ ਕਲਾਈਵ ਦਾ ਗਿੱਦੜ ਵੀ ਕਿਹਾ ਗਿਆ ਕਿਉਂਕਿ ਉਹਦੇ ਅਨੁਸਾਰ ਕੰਮ ਕਰਦਾ ਹੁੰਦਾ ਸੀਗਾ ਇਹ। ਨੈਕਸਟ ਹੈ ਜੀ 19 ਨੰਬਰ, ਵਾਈਟ ਰਿਵੋਲਟ ਜਿਹੜਾ ਹੈ ਉਹ ਕਿਸ ਦੇ ਸ਼ਾਸਨ ਦੇ ਵਿੱਚ ਹੋਇਆ ਸੀਗਾ? ਵਾਰਨ ਹੇਸਟਿੰਗ ਦੇ ਸਮੇਂ ਦੇ ਵਿੱਚ, ਲਾਰਡ ਡਲਹੌਜੀ ਦੇ ਸਮੇਂ ਦੇ ਵਿੱਚ, ਰਾਬਰਟ ਕਲਾਈਵ ਦੇ ਸਮੇਂ ਦੇ ਵਿੱਚ ਜਾਂ ਉਪਰੋਕਤ ਚੋਂ ਕੋਈ ਨਹੀਂ। ਸੋ ਵਾਈਟ ਰਿਵੋਲਟ ਜਿਹੜਾ ਹੈ ਇਹ ਰਾਬਰਟ ਕਲਾਈਵ ਦੇ ਸਮੇਂ ਦੇ ਵਿੱਚ ਹੋਇਆ ਸੀਗਾ। ਇਹ ਮੁੰਗੇਰ ਦੇ ਖੇਤਰ ਦੇ ਵਿੱਚ, ਮੁੰਗੇਰ ਤੇ ਇਲਾਹਾਬਾਦ ਦੇ ਖੇਤਰ ਦੇ ਵਿੱਚ ਹੋਇਆ ਸੀਗਾ ਜੀ। ਮੁੰਗੇਰ ਤੇ ਇਲਾਹਾਬਾਦ ਦੇ ਖੇਤਰ ਦੇ ਵਿੱਚ ਜਿਹੜੇ ਸੈਨਿਕ ਸੀਗੇ ਉਹਨਾਂ ਨੇ ਭੱਤਾ ਘੱਟ ਮਿਲਣ ਦੇ ਕਾਰਨ ਕਰਕੇ ਵਿਦਰੋਹ ਸ਼ੁਰੂ ਕੀਤਾ ਸੀਗਾ। ਇਹ ਅੰਗਰੇਜ਼ ਹੀ ਸੀਗੇ, ਇਸ ਕਾਰਨ ਕਰਕੇ ਇਸ ਨੂੰ ਵਾਈਟ ਰਿਵੋਲਟ ਕਿਹਾ ਜਾਂਦਾ ਹੈ ਤੇ ਅੱਗੇ ਅੰਗਰੇਜ਼ਾਂ ਦੇ ਵਿਰੁੱਧ ਸੀਗਾ ਰਾਬਰਟ ਕਲਾਈਵ ਦੇ ਅਨੁਸਾਰ। ਠੀਕ ਹੈ, ਨੈਕਸਟ ਹੈ ਜੀ 20 ਨੰਬਰ, ਮਦਰਾਸ ਸ਼ਹਿਰ ਦਾ ਸੰਸਥਾਪਕ ਕੌਣ ਹੈ ਜੀ? ਰਾਬਰਟ ਕਲਾਈਵ ਹੈ, ਫਰਾਂਸਿਸ ਡੇ ਹੈ, ਜਾਬ ਚਰਨਾਕ ਹੈ ਜਾਂ ਗੈਰੋਲਡ ਅੰਗਿਆਰ ਹੈ। ਸੋ ਮਦਰਾਸ ਸ਼ਹਿਰ ਦਾ ਸੰਸਥਾਪਕ ਹੈ ਜੀ ਇਹਨਾਂ ਦੇ ਵਿੱਚੋਂ ਫਰਾਂਸਿਸ ਡੇ। ਓਕੇ, ਜਾਬ ਚਾਰਲਕ ਜਿਹੜਾ ਹੈਗਾ ਗਾ ਇਹ ਕੋਲਕਾਤਾ ਸ਼ਹਿਰ ਦਾ ਸੰਸਥਾਪਕ ਹੈ, ਇਸ ਨੇ ਕੋਲਕਾਤਾ ਸ਼ਹਿਰ ਜਿਹੜਾ ਵਸਾਇਆ ਸੀਗਾ। ਗੈਰੋਲਡ ਜਿਹੜਾ ਅੰਗਿਆਰ ਹੈ ਸੋ ਇਹਦੇ ਦੁਆਰਾ ਬੰਬਈ ਸ਼ਹਿਰ ਜਿਹੜਾ ਹੈ ਉਸ ਨੂੰ ਇਸਟੈਬਲਿਸ਼ ਕੀਤਾ ਗਿਆ ਸੀਗਾ। ਇਹ ਤਿੰਨ ਸ਼ਹਿਰ ਹੈ ਜੀ, ਤਿੰਨਾਂ ਦੇ ਜਿਹੜੇ ਸੰਸਥਾਪਕ ਨੇ ਧਿਆਨ ਨਾਲ ਨੋਟ ਕਰ ਲਿਓ। ਨੈਕਸਟ ਹੈ ਜੀ 21 ਨੰਬਰ, ਫਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ? 1660 ਦੇ ਵਿੱਚ, 1604 ਦੇ ਵਿੱਚ, 1610 ਜਾਂ 1664 ਦੇ ਵਿੱਚ। ਸੋ ਫਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਸਾਲ 1664 ਦੇ ਵਿੱਚ ਹੋਈ ਸੀ। ਇਸ ਈਸਟ ਇੰਡੀਆ ਕੰਪਨੀ ਦਾ ਵੀ ਮੁੱਖ ਉਦੇਸ਼ ਭਾਰਤ ਦੇ ਵਿੱਚ ਆ ਕੇ ਵਪਾਰ ਕਰਨਾ ਸੀਗਾ ਅਤੇ ਜਦੋਂ ਇਸ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਗਈ ਤਾਂ ਉਸ ਸਮੇਂ ਫਰਾਂਸ ਦਾ ਜਿਹੜਾ ਸ਼ਾਸਕ ਸੀਗਾ ਜੀ ਉਹ ਸੀ ਲੂਈ 14ਵਾਂ। ਇਸ ਸਮੇਂ ਦੇ ਵਿੱਚ ਇਸ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀਗੀ ਤੇ ਇਹਨਾਂ ਦੀ ਸਭ ਤੋਂ ਪਹਿਲੀ ਫੈਕਟਰੀ ਜਿਹੜੀ ਰਹੀ ਸੀਗੀ ਫਰਾਂਸੀਸੀਆਂ ਦੀ ਸਭ ਤੋਂ ਪਹਿਲੀ ਫੈਕਟਰੀ ਭਾਰਤ ਦੇ ਵਿੱਚ ਰਹੀ ਸੀਗੀ ਜੀ ਸੂਰਤ ਦੇ ਵਿੱਚ ਸਾਲ 1668 ਦੇ ਵਿੱਚ। ਓਕੇ, ਇਸ ਫੈਕਟਰੀ ਨੂੰ ਲਗਾਉਣ ਦੇ ਵਿੱਚ ਯੋਗਦਾਨ ਰਿਹਾ ਸੀਗਾ ਜੀ ਫਰਾਂਸਿਸ ਕੈਰੋ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਸੀ। 1668 ਦੇ ਵਿੱਚ ਪਹਿਲੀ ਫੈਕਟਰੀ ਲੱਗੀ ਸੀਗੀ ਅਤੇ ਸੂਰਤ ਦੇ ਵਿੱਚ ਲੱਗੀ ਸੀਗੀ ਵਾਲੀ। ਓਕੇ, ਨੈਕਸਟ ਹੈ ਜੀ ਕੁਐਸਚਨ ਨੰਬਰ 22, ਪਾਂਡੂਚੇਰੀ ਸ਼ਹਿਰ ਦੀ ਸਥਾਪਨਾ ਕਦੋਂ ਕੀਤੀ ਗਈ? 1664 ਦੇ ਵਿੱਚ, 1684 ਦੇ ਵਿੱਚ, 1694 ਦੇ ਵਿੱਚ। ਸੋ ਪਾਂਡੂਚੇਰੀ ਸ਼ਹਿਰ ਜਿਹੜਾ ਕਿ ਅੱਜ ਕੱਲ੍ਹ ਸਾਡੀ ਯੂਨੀਅਨ ਟੈਰੀਟਰੀ ਹੈ, ਸੋ ਇਸ ਸ਼ਹਿਰ ਦੀ ਸਥਾਪਨਾ ਸਾਲ 1674 ਦੇ ਵਿੱਚ ਕੀਤੀ ਗਈ ਸੀਗੀ। ਓਕੇ, ਸੋ ਸੰਸਥਾਪਕ ਸੀਗਾ ਜੀ ਫਰਾਂਸਿਸ ਮਾਰਟਨ। ਸੋ ਇਹ ਸੀਗਾ ਜੀ ਸੰਸਥਾਪਕ ਪਾਂਡੂਚੇਰੀ ਸ਼ਹਿਰ ਦਾ ਅਤੇ ਪਾਂਡੂਚੇਰੀ ਦਾ ਜਿਹੜਾ ਸਭ ਤੋਂ ਪਹਿਲਾ ਗਵਰਨਰ ਬਣਿਆ ਫਰਾਂਸੀਸੀਆਂ ਦੇ ਵਿੱਚ ਉਹ ਸੀਗਾ ਜੀ ਡੁਪਲੇ ਫਰਾਂਸਿਸ। ਇਹ ਗਵਰਨਰ ਰਿਹਾ ਜੀ ਓਕੇ ਸਭ ਤੋਂ ਪਹਿਲਾਂ ਇਸੇ ਖੇਤਰ ਦੇ ਵਿੱਚ। ਨੈਕਸਟ ਕੁਐਸਚਨ ਹੈ 23 ਨੰਬਰ, 1857 ਦੇ ਵਿਦਰੋਹ ਕਿੱਥੋਂ ਆਰੰਭ ਹੋਇਆ ਸੀ? ਦਿੱਲੀ ਤੋਂ ਹੋਇਆ,
झांसी तो होया, मेरठ तो होया जां कानपुर तो होया सीगा। तो 1857 का विद्रोह बहुत बहुत ज़्यादा इंपॉर्टेंट है क्योंकि एक वड्डी क्रांति ते पहला जिहड़ा आपां कह सकते हैं संघर्ष है भारत दा, इस विद्रोह का जिहड़ा आरंभ होया सी वो मेरठ तो होया सी एक्चुअल दे विच, यानी कि वड्डे पद्धर दे उपर जे शुरुआत की गल करिए तो मेरठ तो होया सीगा। मेरठ तो जिहड़ी इहदी शुरुआत हुई सीगी वो 9 मई तो हुई सीगी, 9 मई 1857 इस दिन तो यह शुरू होया सीगा। ओके, मेरठ दे विच जिहड़ा है कुछ क सैनिक यानी कि 85 के करीब सैनिक सी जिन्हां ने विद्रोह शुरू किया, पर अंग्रेज़ां ने उन्हां नूं जेल दे विच सुੱਟ दिता। यही सैनिक जिहड़े सीगे इन्हां ने जेल तोड़ के जिहड़ा है रात नूं भज गए ते 10 तरीक नूं ये जिहड़ा हैगा दिल्ली तक पहुँच जाते हैं। फिर ये 11 तरीक तो जिहड़ा है दिल्ली तो विद्रोह शुरू करते हैं। तो पहला स्थान से जिथों वड्डे पद्धर के उपर जिहड़ा संघर्ष शुरू होया सी, पर एक्चुअल दे विच 1857 का विद्रोह जिहड़ा है ये शुरू हुंदा हैगा जी 29 मार्च तो। ओके, 29 मार्च 1857 नूं। इस दिन तो मैं क्यों कहा, क्योंकि इस दिन जिहड़ा है बैरकपुर छावनी दे विच पहला व्यक्ति सी जिन्हें विरोध किया सी, पर इत्थे वड्डी गिनती दे विच है क्योंकि इत्थे 85 सैनिक नेगे, पर इस स्थान विखे सिर्फ एक व्यक्ति सी जिन्हें वड्डे पद्धर दे उपर विद्रोह किया सी। उसका नाम सीगा जी मंगल पांडे। ओके, मंगल पांडे। 1857 का विद्रोह होया क्यों सी, क्योंकि इस समय जिहड़ा है अंग्रेज़ां ने चरबी वाले कारतूस जिहड़े है वो लियाए सीगे, जिहदे विच जिहड़े मुसलमानां कोले राइफल सीगियां उन्हां दे उपर जिहड़ा हैगा सूर का मांस लगा दिता सीगा, अते जिहड़ियां हिंदुआं कोले राइफलां सी उन्हां दे जिहड़े कारतूस सी उन्हां दे उपर गां दा जिहड़ा कारतूस लगा गां दी जिहड़ी चमड़ी लगा दी सीगी, जिस दे कारण करके जिहड़ा हैगा इन्हां ने उस दे प्रति अपना गुस्सा जाहिर किया ते उस प्रति सब तो पहला एक्शन जिहड़ा मंगल पांडे ने लिता सी 29 मार्च 1857 नूं। ये पहला व्यक्ति सीगा जी जिसने कि 1857 के विद्रोह की शुरुआत की सीगी। ओके, और इत्थे भी याद रखियो जी कि यह 1857 के विद्रोह का सब तो पहला शहीद रहा हैगा, सब तो पहला शहीद रहा हैगा, जिसनों कि तकरीबन 8 अप्रैल 1857 नूं शहीद कर दिता गया सीगा, फांसी दे दी गई सीगी। 1857 के 3 शहीद नेगे जी, एक तो जिहड़ा अपना मंगल पांडे हो जाता है जी, ते दूसरा जिहड़ा है झांसी की राणी हो जाती है, ते तीसरा तात्या टोपे। ये 3 ही प्रसिद्ध ने, पहला इन्हां दे विचों मंगल पांडे है ते आखिरी जिहड़ा है वो तात्या टोपे हो जाता है। नैक्सट है जी क्वेश्चन नंबर 24, मंगल पांडे जिसने 1857 का विद्रोह शुरू किया सी संबंधित है 34वीं नेटिव इन्फेंट्री दे नाल, 22वीं नेटिव इन्फेंट्री दे नाल, 19वीं नेटिव इन्फेंट्री दे नाल जां 38वीं नेटिव इन्फेंट्री दे नाल। सो ये सीगे जी 34वीं नेटिव इन्फेंट्री दे नाल, ठीक है, जो कि बंगाल के खेतर दे विच सी, भाव बंगाल नेटिव दे विच सीगी। काफ़ी ज़्यादा इंपॉर्टेंट है, बहुत ज़्यादा आउंदा है पेपर दे विच। ओके, 34वीं नेटिव सीगी, बंगाल दे विच सीगी जी। ये उस स्थान तो ये सब तो पहला व्यक्ति सीगा जिसने कि इस विद्रोह की शुरुआत की सीगी। ओके, और जिहड़ा मंगल पांडे के द्वारा विद्रोह शुरू किया गया सी, इस स्थान के उपर दबाउण वाला अंग्रेज अफसर भी नोट कर लियो कि किने ये विद्रोह दबाया सीगा जिथों मंगल पांडे ने शुरू किया सीगा। ओके, सो ये सीगा जी जनरल ह्यारसे, जनरल ह्यारसे। सो ये द्वारा ये विद्रोह जिहड़ा है वो दबा दिता गया सीगा। नैक्सट क्वेश्चन है 25 नंबर, राणी लक्ष्मीबाई का मुढ़ला नाम की सीगा जी, जयश्री, पद्मा, हल्पा जां मणिकर्णिका। सो राणी लक्ष्मीबाई का मुढ़ला नाम सीगा जी मणिकर्णिका। ओके, सो इसका मुढ़ला नाम रहा सीगा जी, अते राणी लक्ष्मीबाई सीगी जिहड़ी इसके पति का नाम सीगा जी राजा गंगाधर राव, राजा गंगाधर राव, ये इसके पति का नाम सीगा जी। ओके, और ये राजा गंगाधर राव जिहड़ा झांसी का जिहड़ा है शासक सीगा, झांसी का यह शासक सीगा, पर इसकी डैथ हो गई सीगी। डैथ होने तो बाद जिहड़ा लॉर्ड डलहौजी सी उन्हें एक एक्ट पास किया होया सी जिन्हों लैप्स के सिद्धांत के नाल आपां जानते हैगे आ। उस लैप्स के सिद्धांत के अनुसार ये सीगा कि कोई भी शासक जिसकी कोई औलाद नहीं हैगी ते उन्हें कोई बच्चा जेकर गोद लिया होया हैगा तो किसी नूं भी उस गोद लए बच्चे नूं खास तौर के उपर जिहड़ा है अपना उत्तराधिकारी नियुक्त नहीं कर सकता। भाव जेकर उहदा कोई उत्तराधिकारी नहीं है, बच्चा नहीं है, बेशक उन्हें गोद लिया होया हैगा तो उहदा जिहड़ा सारा राज भाग होगा उसनूं अंग्रेज़ां के अधीन कर लिया जाऊगा। इसे कारण करके ही राणी लक्ष्मीबाई ने जिहड़ा विद्रोह शुरू किया सी, क्योंकि राजा गंगाधर राव दा जिहड़ा उहदी डैथ हो गई सीगी, पर इन्हां दी अपनी कोई औलाद नहीं सीगी, जिस दे कारण करके राणी लक्ष्मीबाई ने अपना एक बच्चा गोद लिया सीगा, पर अंग्रेज इसनूं एक्सेप्ट नहीं करते सी, जिस दे कारण करके इन्हां दे विचकार ये विद्रोह शुरू होया सीगा।
ओके, राणी लक्ष्मीबाई ते अंग्रेज़ों के विचकार जिहड़ी लड़ाई हुई सीगी जी वो 11 तो लैके 18 जून 1858, 11 तो लैके 18 जून 1858 ਦੇ ਵਿੱਚ ਗਵਾਲੀਅਰ ਦੇ ਕਿਲੇ ਦੇ ਵਿੱਚ ਹੋਈ ਸੀਗੀ। ਗਵਾਲੀਅਰ ਦੇ ਕਿਲੇ ਦੇ ਵਿੱਚ ਹੋਈ ਸੀਗੀ, ਜਿਸ ਸਥਾਨ ਵਿਖੇ 18 ਜੂਨ 1858 ਨੂੰ ਜਿਹੜਾ ਹੈ ਰਾਣੀ ਲక్ష్ਮੀਬਾਈ ਸ਼ਹੀਦ ਹੋ ਜਾਂਦੀ ਹੈਗੀ ਅਤੇ ਇਸ ਖੇਤਰ ਦੇ ਉੱਪਰ ਅੰਗਰੇਜ਼ਾਂ ਦਾ ਜਿਹੜਾ ਹੈ ਦਬਦਬਾ ਬਣ ਜਾਂਦਾ ਹੈ। ਇੱਥੇ ਵੀ ਯਾਦ ਰੱਖਿਓ ਕਿ ਜਿਹੜੀ ਰਾਣੀ ਲక్ష్ਮੀਬਾਈ ਹੈ ਇਹ 1857 ਦੇ ਵਿਦਰੋਹ ਦੀ ਦੂਜੀ ਪ੍ਰਮੁੱਖ ਸ਼ਹੀਦ ਸੀਗੀ। ਨੈਕਸਟ ਕੁਐਸਚਨ ਹੈ ਜੀ ਅਗਲਾ, 26 ਬਿਹਾਰ ਦਾ ਸ਼ੇਰ ਕਿਹਾ ਗਿਆ ਹੈ ਚੈਕ ਨੂੰ, ਤਾਤੀਆ ਟੋਪੇ ਨੂੰ, ਨਾਨਾ ਸਾਹਿਬ ਨੂੰ ਜਾਂ ਕੰਵਰ ਸਿੰਘ ਨੂੰ। ਸੋ ਬਿਹਾਰ ਦਾ ਸ਼ੇਰ ਕਿਹਾ ਗਿਆ ਹੈ ਜੀ ਕੰਵਰ ਸਿੰਘ ਨੂੰ, ਇਹ ਕਾफ़ी ज़्यादा इंपॉर्टेंट है जी। कंवर सिंह जिहड़ा हैगा गा इसने जगदीशपुर तो जिहड़ा है जगदीशपुर तो 1857 ਦੇ ਵਿਦਰੋਹ ਦੀ ਸ਼ੁਰੂਆਤ ਕੀਤੀ ਸੀਗੀ, ਪਰ ਇਸ ਵਿਦਰੋਹ ਨੂੰ ਦਬਾ ਦਿੱਤਾ ਗਿਆ ਸੀਗਾ ਜੀ ਵਿਲੀਅਮ ਟੇਲਰ ਦੇ ਦੁਆਰਾ। ਵਿਲੀਅਮ ਟੇਲਰ ਦੇ ਦੁਆਰਾ ਵਿਦਰੋਹ ਜਿਹੜਾ ਹੈ ਉਹ ਦਬਾਇਆ ਗਿਆ ਸੀਗਾ, ਪਰ ਸ਼ੁਰੂ ਕੀਤਾ ਸੀ ਕੰਵਰ ਸਿੰਘ ਨੇ। ਨੈਕਸਟ ਕੁਐਸਚਨ ਹੈ, ਆਜ਼ਾਦੀ ਦੀ ਪਹਿਲੀ ਲੜਾਈ 1857 ਦੇ ਵਿੱਚ ਕਿਸ ਨੇ ਭਾਗ ਨਹੀਂ ਲਿਆ? ਤਾਤੀਆ ਟੋਪੇ ਨੇ, ਲక్ష్ਮੀਬਾਈ ਨੇ, ਬਹਾਦਰ ਸ਼ਾਹ ਦੂਜੇ ਨੇ ਜਾਂ ਭਗਤ ਸਿੰਘ ਨੇ। ਸੋ ਆਜ਼ਾਦੀ ਦੀ ਪਹਿਲੀ ਲੜਾਈ ਦੇ ਵਿੱਚ ਪਾਰਟੀਸਪੇਟ ਨਹੀਂ ਕੀਤਾ ਸੀ ਜੀ ਉਹ ਸੀ ਭਗਤ ਸਿੰਘ ਜੀ, ਕਿਉਂਕਿ ਇਹ ਕਾफ़ी ਲੇਟ ਆਏ ਨੇ ਜੀ, ਮਾਡਰਨ ਹਿਸਟਰੀ ਦੇ ਵਿੱਚ ਸ਼ੁਰੂ ਹੁੰਦੇ ਹੈਗੇ। ਬਟ ਤਾਤੀਆ ਟੋਪੇ, ਲక్ష్ਮੀਬਾਈ, ਬਹਾਦਰ ਸ਼ਾਹ ਇਹ ਮਤਲਬ ਪੁਰਾਣੇ ਸਮੇਂ ਦੇ ਵਿੱਚ ਚੱਲਦੇ ਆ ਰਹੇ ਸੀਗੇ। ਓਕੇ, ਬਟ ਭਗਤ ਸਿੰਘ ਨੇ 1857 ਦੇ ਵਿਦਰੋਹ ਦੇ ਵਿੱਚ ਪਾਰਟੀਸਪੇਟ ਨਹੀਂ ਕੀਤਾ ਸੀਗਾ। ਸੋ ਤਾਤੀਆ ਟੋਪੇ ਜਿਹੜਾ ਹੈ ਬਈ ਇਹ 1857 ਦੇ ਵਿਦਰੋਹ ਦਾ ਬਿਲਕੁਲ ਆਖਰੀ ਸ਼ਹੀਦ ਹੈਗਾ ਗਾ, ਜਿਨ੍ਹਾਂ ਨੂੰ ਕਿ 18 ਅਪ੍ਰੈਲ 1859 ਨੂੰ ਸ਼ਿਵਪੁਰੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ, ਫਾਂਸੀ ਦੇ ਦਿੱਤੀ ਗਈ ਸੀ। ਇਹ 1857 ਦੇ ਵਿਦਰੋਹ ਦਾ ਬਿਲਕੁਲ ਆਖਰੀ ਜਿਹੜਾ ਸ਼ਹੀਦ ਹੈਗਾ। ਤਿੰਨ ਪ੍ਰਮੁੱਖ ਸ਼ਹੀਦ ਹੈਗੇ ਆ ਜੀ, ਮੰਗਲ ਪਾਂਡੇ ਹੈ, ਇਸ ਤੋਂ ਬਾਅਦ ਦੂਸਰੇ ਆਉਂਦੀ ਹੈ ਰਾਣੀ ਲక్ష్ਮੀਬਾਈ ਤੇ ਤੀਸਰੇ ਆਉਂਦੀ ਹੈ ਆਖਰ ਦੇ ਵਿੱਚ ਤਾਤੀਆ ਟੋਪੇ, ਜੋ ਪ੍ਰਸਿੱਧ ਨੇ ਜੀ 1857 ਦੇ ਵਿਦਰੋਹ ਦੇ ਲਈ। ਓਕੇ, ਨੈਕਸਟ ਹੈ ਕੁਐਸਚਨ ਨੰਬਰ 28, ਮਹਾਰਾਣੀ ਵਿਕਟੋਰੀਆ ਨੇ ਭਾਰਤੀ ਪ੍ਰਸ਼ਾਸਨ ਨੂੰ ਬ੍ਰਿਟਿਸ਼ ਤਾਜ ਦੇ ਨਿਯੰਤਰਣ ਦੇ ਵਿੱਚ ਲੈਣ ਦੀ ਘੋਸ਼ਣਾ ਕੀਤੀ। ਪੂਰੇ ਭਾਰਤ ਨੂੰ ਜਿਹੜਾ ਹੈ ਆਪਣੇ ਹਿੱਸੇ ਦੇ ਵਿੱਚ ਲਿਆਉਣ ਦੀ ਜਿਹੜੀ ਹੈ ਘੋਸ਼ਣਾ ਕਦੋਂ ਕੀਤੀ? 1 ਨਵੰਬਰ 1858 ਨੂੰ, 31 ਦਸੰਬਰ 1857 ਨੂੰ, 6 ਜਨਵਰੀ 1858 ਨੂੰ ਜਾਂ 17 ਨਵੰਬਰ 1859 ਨੂੰ। ਮਹਾਰਾਣੀ ਵਿਕਟੋਰੀਆ ਨੇ ਭਾਰਤੀ ਪ੍ਰਸ਼ਾਸਨ ਨੂੰ ਤਾਜ ਦੇ ਨਿਯੰਤਰਣ ਦੇ ਅਧੀਨ 1 ਨਵੰਬਰ 1858 ਨੂੰ ਘੋਸ਼ਣਾ ਕਰ ਦਿੱਤੀ ਸੀ ਕਿ ਅੱਜ ਤੋਂ ਜਿਹੜਾ ਭਾਰਤ ਹੈ ਉਹ ਬ੍ਰਿਟਿਸ਼ ਸਾਮਰਾਜ ਦੇ ਅਧੀਨ ਕਰ ਲਿਆ ਗਿਆ ਹੈ। ਨੈਕਸਟ ਹੈ ਕੁਐਸਚਨ ਨੰਬਰ 29, ਰਾਣੀ ਲక్ష్ਮੀਬਾਈ ਕਦੋਂ ਸ਼ਹੀਦ ਹੋਈ ਸੀਗੀ? 11 ਜੂਨ 1858 ਨੂੰ, 16 ਜੂਨ 1858 ਨੂੰ ਜਾਂ 13 ਜੂਨ 1858 ਨੂੰ ਜਾਂ ਫਿਰ 18 ਜੂਨ 1858 ਨੂੰ। ਸੋ ਲਾਸਟ ਹੈ ਜੀ ਇਹਦਾ ਆਨਸਰ ਡੀ ਆਪਸ਼ਨ, 18 ਜੂਨ 1858 ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਲੜਦੀ ਹੋਈ ਜਿਹੜੀ ਹੈ ਸ਼ਹੀਦ ਹੋ ਗਈ ਸੀਗੀ ਜੀ ਰਾਣੀ ਲక్ష్ਮੀਬਾਈ। ਓਕੇ, ਔਰ ਇਹਨਾਂ ਦੀ ਜਿਹੜੀ ਲੜਾਈ ਹੋਈ ਸੀਗੀ ਉਹ ਹੋਈ ਸੀਗੀ ਜੀ ਹਿਊਜ਼ ਗਫ ਦੇ ਨਾਲ। ਹਿਊਜ਼ ਗਫ ਜਿਹੜੇ ਹੈਗੇ ਨੇ ਉਹ ਜੇਤੂ ਰਹੇ ਸੀਗੇ, ਹਿਊਜ਼ ਹੌਜ਼ ਜਿਹੜੇ ਹੈ ਉਹ ਜੇਤੂ ਰਹੇ ਸੀਗੇ, ਪਰ ਰਾਣੀ ਲక్ష్ਮੀਬਾਈ ਜਿਹੜੀ ਹੈ ਉਹ ਹਾਰ ਗਈ ਸੀਗੀ ਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਸ਼ਹੀਦ ਹੋ ਗਈ ਸੀਗੀ। ਨੈਕਸਟ ਹੈ ਜੀ 30 ਨੰਬਰ, 1857 ਦੇ ਵਿਦਰੋਹ ਦਾ ਆਖਰੀ ਸ਼ਹੀਦ ਕੌਣ ਸੀ? ਨਾਨਾ ਸਾਹਿਬ, ਮੰਗਲ ਪਾਂਡੇ, ਤਾਤੀਆ ਟੋਪੇ ਜਾਂ ਲక్ష్ਮੀਬਾਈ। ਸੇ ਸੀਗਾ ਜੀ ਆਖਰੀ ਤਾਤੀਆ ਟੋਪੇ, ਇਹ ਮੈਂ ਪਹਿਲਾਂ ਗੱਲ ਕਰ ਚੁੱਕਿਆ ਹੈਗਾ ਗਾ। ਸੋ 18 ਅਪ੍ਰੈਲ 1859 ਨੂੰ ਸ਼ਿਵਪੁਰੀ ਦੇ ਵਿੱਚ ਇਹਨੂੰ ਫਾਂਸੀ ਦੇ ਦਿੱਤੀ ਸੀਗੀ ਤੇ ਇਸ ਤੋਂ ਬਾਅਦ ਕੋਈ ਵੀ ਜਿਹੜਾ ਹੈ ਹੋਰ ਨਹੀਂ ਹੋਇਆ ਵਿਰੋਧ ਕਿਤੋਂ, ਤੇ ਸਾਰੇ ਦਾ ਕਿਤੇ ਸ਼ਾਂਤ ਕਰ ਦਿੱਤਾ ਗਿਆ ਸੀਗਾ। ਨੈਕਸਟ ਹੈ ਜੀ 31 ਨੰਬਰ, ਇਲਾਹਾਬਾਦ ਤੋਂ 1857 ਦਾ ਵਿਦਰੋਹ ਕਿਸ ਨੇ ਸ਼ੁਰੂ ਕੀਤਾ ਸੀ? ਲਿਆਕਤ ਅਲੀ ਨੇ, ਖਾਨ ਬਹਾਦਰ ਖਾਨ ਨੇ, ਰਾਜਾ ਕੰਵਰ ਸਿੰਘ ਨੇ ਜਾਂ ਮੌਲਵੀ ਅਹਿਮਦ ਉੱਲਾ ਨੇ। ਸੋ ਇਲਾਹਾਬਾਦ ਤੋਂ ਜਿਹੜਾ 1857 ਦਾ ਵਿਦਰੋਹ ਸ਼ੁਰੂ ਹੋਇਆ ਸੀ ਉਹ ਲਿਆਕਤ ਅਲੀ ਨੇ ਸ਼ੁਰੂ ਕੀਤਾ ਸੀਗਾ, ਪਰ ਇੱਥੋਂ ਜਿਹੜਾ ਵਿਦਰੋਹ ਦਬਾਇਆ ਸੀਗਾ, ਦੋਨੋਂ ਪੁਆਇੰਟ ਲਿਖਾਵਾਂਗਾ ਮੈਂ। ਸੋ ਦਬਾਇਆ ਸੀਗਾ ਜੀ ਵਿਦਰੋਹ ਇੱਥੇ ਕਰਨਲ ਨੀਲ ਨੇ, ਕਰਨਲ ਨੀਲ ਦੇ ਦੁਆਰਾ ਜਿਹੜਾ ਹੈ ਇਹ ਵਿਦਰੋਹ ਦਬਾ ਦਿੱਤਾ ਗਿਆ ਸੀਗਾ ਜੀ, ਜਿਹੜਾ ਕਿ ਇਲਾਹਾਬਾਦ ਤੋਂ ਸ਼ੁਰੂ ਹੋਇਆ ਸੀਗਾ। ਬਹਾਦਰ ਖਾਨ ਖਾਨ ਬਹਾਦਰ ਖਾਨ ਸੀਗਾ ਜਿਹੜਾ ਜੀ, ਇਸ ਨੇ ਬਰੇਲੀ ਤੋਂ ਜਿਹੜਾ ਹੈ ਵਿਦਰੋਹ ਸ਼ੁਰੂ ਕੀਤਾ ਸੀਗਾ, ਪਰ ਇਸ ਨੂੰ ਦਬਾ ਦਿੱਤਾ ਗਿਆ ਸੀਗਾ ਜੀ ਹਡਸਨ ਦੇ ਦੁਆਰਾ। ਹਡਸਨ ਅੰਗਰੇਜ਼ ਅਫਸਰ ਨੇ ਜਿਹੜਾ ਹੈ ਇਸ ਵਿਦਰੋਹ ਨੂੰ ਦਬਾ ਦਿੱਤਾ ਸੀ। ਰਾਜਾ ਕੰਵਰ ਸਿੰਘ ਸੀਗਾ ਜੀ, ਇਸ ਨੇ ਬਿਹਾਰ ਤੋਂ ਸ਼ੁਰੂ ਕੀਤਾ ਸੀਗਾ, ਪਰ ਵਿਲੀਅਮ ਟੇਲਰ ਦੇ ਦੁਆਰਾ ਇਸ ਵਿਦਰੋਹ ਨੂੰ ਰੋਕ ਦਿੱਤਾ ਗਿਆ ਸੀ, ਵਿਲੀਅਮ ਟੇਲਰ। ਓਕੇ, ਨੈਕਸਟ ਹੈ ਮੌਲਵੀ ਉੱਲਾ। ਸੋ ਇਹਨਾਂ ਨੇ ਜਿਹੜਾ ਹੈ
फैज़ाबाद तो 1857 ਦਾ ਵਿਦਰੋਹ ਸ਼ੁਰੂ ਕੀਤਾ ਸੀਗਾ ਅਤੇ ਇਸ ਨੂੰ ਦਬਾਉਣ ਵਾਲਾ ਸ਼ਾਸਕ ਵੀ ਸੀਗਾ ਜੀ ਕਰਨਲ ਨੀਲ। ਕਰਨਲ ਨੀਲ ਨੇ ਜਿਹੜਾ ਹੈ ਇਸ ਵਿਦਰੋਹ ਨੂੰ ਸਮਾਪਤ ਕਰ ਦਿੱਤਾ ਸੀ। ਨੈਕਸਟ ਕੁਐਸਚਨ ਹੈ ਜੀ 32 ਨੰਬਰ, ਦ ਗ੍ਰੇਟ ਰਿਵੋਲੀਅਨ ਪੁਸਤਕ ਕਿਸ ਦੀ ਹੈ ਜੀ? ਐਸ ਐਨ ਸੇਨ ਦੀ, ਅਸ਼ੋਕ ਮਹਿਤਾ ਦੀ, ਵੀ ਡੀ ਸਵਰਕਰ ਦੀ ਜਾਂ ਸੱਜਦ ਅਹਿਮਦ ਖਾਂ ਦੀ। ਸੋ ਦ ਗ੍ਰੇਟ ਰਿਵੋਲੀਅਨ ਭਾਵ 1857 ਦੇ ਵਿਦਰੋਹ ਬਾਰੇ ਹੀ ਪੁਸਤਕ ਹੈ। ਸੋ ਇਹ ਪੁਸਤਕ ਹੈ ਜੀ ਅਸ਼ੋਕ ਮਹਿਤਾ ਦੀ। ਅਸ਼ੋਕ ਮਹਿਤਾ ਦੇ ਦੁਆਰਾ ਇਹ ਪੁਸਤਕ ਲਿਖੀ ਗਈ ਹੈਗੀ ਹੈ। ਇੱਕ ਪੁਸਤਕ ਐਸ ਐਨ ਸੇਨ ਨੇ ਲਿਖੀ ਹੈ ਜੀ, ਉਸ ਪੁਸਤਕ ਦਾ ਨਾਮ ਹੈ 1857, ਠੀਕ ਹੈ 1857। ਇਸ ਪੁਸਤਕ ਦਾ ਨਾਮ ਜਿਹੜੀ ਹੈ ਇਹ ਐਸ ਐਨ ਸੇਨ ਨੇ ਲਿਖੀ ਹੋਈ ਹੈਗੀ ਆ। ਓਕੇ, ਇਸ ਤੋਂ ਇਲਾਵਾ ਵੀ ਡੀ ਸਵਰਕਰ ਨੇ ਵੀ 1857 ਦੇ ਵਿਦਰੋਹ ਨੂੰ ਲੈ ਕੇ ਇੱਕ ਪੁਸਤਕ ਲਿਖੀ ਹੋਈ ਹੈ ਜਿਸ ਦਾ ਨਾਮ ਹੈ ਜੀ ਫਸਟ ਵਾਰ ਆਫ ਇੰਡੀਪੈਂਡੈਂਸ। ਓਕੇ, ਸੋ ਇਸ ਦੀ ਇਹ ਪੁਸਤਕ ਹੈ ਜੀ ਵੀ ਡੀ ਸਵਰਕਰ ਦੀ। ਸਾਜਿਦ ਅਹਿਮਦ ਖਾਨ ਨੇ ਵੀ ਲਿਖੀ ਹੋਈ ਹੈ ਜੀ ਇੱਕ ਪੁਸਤਕ 1857 ਦੇ ਵਿਦਰੋਹ ਨੂੰ ਹੀ ਲੈ ਕੇ ਜਿਸ ਦਾ ਨਾਮ ਹੈ ਜੀ ਦ ਕਾਜ਼ਜ਼ ਫॉर ਦ ਇੰਡੀਅਨ ਰਿਵੋਲਟ। ਠੀਕ ਹੈ ਜੀ। ਸੋ ਇਹ ਪੁਸਤਕਾਂ ਜਿਹੜੀਆਂ 4 ਹੋ ਗਈਆਂ ਨੇ ਜੋ ਤੁਹਾਨੂੰ ਵੱਖਰੇ ਵੱਖਰੇ ਐਗਜ਼ਾਮ ਦੇ ਵਿੱਚ ਹੈਲਪਫੁਲ ਰਹਿਣਗੀਆਂ। ਨੈਕਸਟ ਹੈ ਜੀ 33 ਨੰਬਰ, ਕਿਸ ਨੇ ਕਿਹਾ ਪਹਿਲਾ ਰਾਸ਼ਟਰੀ ਸੁਤੰਤਰਤਾ ਸੰਗਰਾਮ ਨਾ ਤਾਂ ਪਹਿਲਾ ਨਾ ਹੀ ਰਾਸ਼ਟਰੀ ਤੇ ਨਾ ਹੀ ਸੁਤੰਤਰਤਾ ਸੰਗਰਾਮ ਸੀਗਾ? ਅਸ਼ੋਕ ਮਹਿਤਾ ਨੇ, ਜਵਾਹਰ ਲਾਲ ਨਹਿਰੂ ਨੇ, ਆਰ ਸੀ ਮਜ਼ੂਮਦਾਰ ਨੇ ਜਾਂ ਐਸ ਐਨ ਸੇਨ ਨੇ? ਸੋ ਸੀਗਾ ਜੀ ਸੀ ਆਪਸ਼ਨ, ਆਰ ਸੀ ਮਜ਼ੂਮਦਾਰ ਨੇ ਕਿਹਾ ਸੀਗਾ ਕਿ 1857 ਦਾ ਵਿਦਰੋਹ ਪਹਿਲਾ ਰਾਸ਼ਟਰੀ ਸੁਤੰਤਰਤਾ ਸੰਗਰਾਮ ਨਾ ਤਾਂ ਪਹਿਲਾ ਸੀ ਤੇ ਨਾ ਹੀ ਰਾਸ਼ਟਰੀ ਸੀਗਾ ਤੇ ਨਾ ਹੀ ਸੁਤੰਤਰਤਾ ਸੰਗਰਾਮ ਸੀ। ਇਹ ਸ਼ਬਦ ਆਰ ਸੀ ਮਜ਼ੂਮਦਾਰ ਦੇ ਸੀਗੇ। ਓਕੇ, ਅਸ਼ੋਕ ਮਹਿਤਾ ਦੇ ਦੁਆਰਾ 1857 ਦੇ ਵਿਦਰੋਹ ਦੇ ਬਾਰੇ ਕਿਹਾ ਗਿਆ ਸੀਗਾ ਕਿ ਇਹ ਸੁਤੰਤਰਤਾ ਦਾ ਪਹਿਲਾ ਸੰਘਰਸ਼ ਹੈ। ਸੁਤੰਤਰਤਾ ਦਾ ਪਹਿਲਾ ਸੰਘਰਸ਼ ਹੈਗਾ ਜੀ। ਓਕੇ, ਇਹ ਕਿਹਾ ਸੀਗਾ ਅਸ਼ੋਕ ਮਹਿਤਾ ਨੇ। ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀਗਾ ਜੀ ਜਿਹੜਾ 1857 ਦਾ ਵਿਦਰੋਹ ਸੀ ਇਹ ਸੀਗਾ ਸਮਤਾਂ ਦਾ ਵਿਦਰੋਹ। ਓਕੇ, ਡਿਸਕਵਰੀ ਆਫ ਇੰਡੀਆ ਦੇ ਵਿੱਚ ਉਹਨਾਂ ਨੇ ਇਸ ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਹੈਗਾ ਗਾ। ਐਸ ਐਨ ਸੇਨ ਨੇ ਕਿਹਾ ਸੀਗਾ ਕਿ ਇਹ ਪਹਿਲਾ ਸੈਨਿਕ ਵਿਦਰੋਹ ਸੀਗਾ। ਪਹਿਲਾ ਸੈਨਿਕ ਵਿਦਰੋਹ ਸੀ ਕਿਉਂਕਿ ਇਹ ਸੈਨਿਕਾਂ ਨੇ ਸ਼ੁਰੂ ਕੀਤਾ ਸੀਗਾ। ਬਾਅਦ ਦੇ ਵਿੱਚ ਇਹ ਸੁਤੰਤਰਤਾ ਸੰਗਰਾਮ ਦੇ ਵਿੱਚ ਬਦਲ ਗਿਆ। ਪਰ ਸ਼ੁਰੂਆਤ ਦੇ ਵਿੱਚ ਕੀ ਸੀਗਾ ਜੀ ਇਹ ਇੱਕ ਸੈਨਿਕ ਵਿਦਰੋਹ। ਠੀਕ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 34, 1857 ਦੇ ਵਿਦਰੋਹ ਸਮੇਂ ਇੰਗਲੈਂਡ ਦੀ ਮਹਾਰਾਣੀ ਕੌਣ ਸੀ ਜੀ? ਐਲਿਜ਼ਾਬੈਥ ਦੂਜੀ, ਵਿਕਟੋਰੀਆ ਤੀਜੀ ਜਾਂ ਜਾਰਜ ਪਹਿਲਾ? ਤੋ ਜਿਸ ਸਮੇਂ 1857 ਦਾ ਵਿਦਰੋਹ ਹੋਇਆ ਸੀ ਜੀ ਉਸ ਸਮੇਂ ਇੰਗਲੈਂਡ ਦੀ ਮਹਾਰਾਣੀ ਸੀਗੀ ਜੀ ਮਹਾਰਾਣੀ ਵਿਕਟੋਰੀਆ। ਨੈਕਸਟ ਹੈ ਕੁਐਸਚਨ ਨੰਬਰ 35, 1857 ਦੇ ਵਿਦਰੋਹ ਦਾ ਸਭ ਤੋਂ ਵੱਧ ਪ੍ਰਸਾਰ ਕਿਸ ਰਾਜ 'ਚ ਹੋਇਆ ਸੀਗਾ? ਦਿੱਲੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ? ਸੋ ਸਭ ਤੋਂ ਵੱਧ ਜਿਹੜਾ ਪ੍ਰਸਾਰ ਹੋਇਆ ਸੀਗਾ ਜਿਸ ਦਾ ਉਹ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਸੀਗਾ। ਪਰ ਬਿਨਾਂ ਪ੍ਰਭਾਵਿਤ ਵੀ 2 ਖੇਤਰ ਰਹੇ ਸੀਗੇ 1857 ਦੇ ਵਿਦਰੋਹ ਤੋਂ ਬਿਨਾਂ ਪ੍ਰਭਾਵਿਤ। ਇਹਦੇ ਵਿੱਚ ਮਦਰਾਸ ਤੇ ਬੰਬਈ ਤੇ ਦੱਖਣ ਦੇ ਕੁਝ ਹੋਰ ਖੇਤਰ ਜਿਹੜੇ ਸੀਗੇ ਜਿੱਥੇ ਕਿ 1857 ਦੇ ਵਿਦਰੋਹ ਦਾ ਕੋਈ ਵੀ ਪ੍ਰਸਾਰ ਜਾਂ ਕੋਈ ਵੀ ਸਾਨੂੰ ਇਫੈਕਟ ਨਹੀਂ ਦੇਖਣ ਨੂੰ ਮਿਲਿਆ ਸੀ। 36 ਨੰਬਰ ਹੈ ਜੀ 1857 ਦੇ ਵਿਦਰੋਹ ਸਮੇਂ ਭਾਰਤੀ ਅਤੇ ਅੰਗਰੇਜ਼ੀ ਸੈਨਾ ਦਾ ਅਨੁਪਾਤ ਕਿੰਨਾ ਸੀ? 2:1, 5:1, 3:2 ਜਾਂ 4:1? ਸੋ ਜਦੋਂ 1857 ਦਾ ਵਿਦਰੋਹ ਹੋ ਰਿਹਾ ਸੀਗਾ ਉਸ ਦੌਰਾਨ ਭਾਰਤੀ ਜਿਹੜੇ ਸੀਗੇ ਉਹ 5 ਸੀਗੇ ਤੇ ਅੰਗਰੇਜ਼ੀ ਸੈਨਾ ਦਾ 1 ਸੈਨਿਕ ਸੀਗਾ, ਭਾਵ 5:1 ਸੀਗਾ। ਪਰ ਜਦੋਂ 1857 ਦੇ ਵਿਦਰੋਹ ਦੇ ਵਿੱਚ ਭਾਰਤੀ ਹਾਰ ਗਏ ਸੀ ਉਸ ਤੋਂ ਬਾਅਦ ਇਹ ਸੈਨਾ ਦਾ ਅਨੁਪਾਤ ਦੇ ਵਿੱਚ ਬਹੁਤ ਵੱਡਾ ਫਰਕ ਪੈ ਗਿਆ ਸੀ ਜੀ। ਫਿਰ ਇਹ 2:1 ਰਹਿ ਗਿਆ ਸੀ, ਭਾਵ 2 ਭਾਰਤੀ ਤੇ 1 ਅੰਗਰੇਜ਼ੀ ਸੈਨਾ ਦਾ ਜਿਹੜਾ ਸੈਨਿਕ, ਇੰਨਾ ਜ਼ਿਆਦਾ ਫਰਕ ਪੈ ਗਿਆ ਸੀਗਾ। ਨੈਕਸਟ ਹੈ ਜੀ 37 ਨੰਬਰ, ਬੰਗਾਲ ਦੇ ਕਿਸ ਨਵਾਬ ਨੇ ਬੰਗਾਲ ਨੂੰ ਭਾਰਤ ਦਾ ਸਵਰਗ ਬਣਾ ਦਿੱਤਾ ਸੀਗਾ? ਸੁਜਾਉਦੀਨ ਨੇ, ਅਲਵਰਦੀ ਖਾਨ ਨੇ, ਮੀਰ ਕਾਸਿਮ ਨੇ ਜਾਂ ਸਰਫਰਾਜ਼ ਖਾਨ ਨੇ? ਸੋ ਬੰਗਾਲ ਦੇ ਨਵਾਬ ਅਲਵਰਦੀ ਖਾਨ ਨੇ ਬੰਗਾਲ ਨੂੰ ਭਾਰਤ ਦਾ ਸਵਰਗ ਜਿਹੜਾ ਹੈ ਉਹ ਬਣਾ ਦਿੱਤਾ ਸੀਗਾ। ਅਲਵਰਦੀ ਖਾਨ ਜਿਹੜਾ ਹੈ ਇਹ 1740 ਤੋਂ ਲੈ ਕੇ 1756 ਤੱਕ ਜਿਹੜਾ ਰਿਹਾ ਸੀਗਾ। ਓਕੇ, 1740 ਦੇ ਵਿੱਚ ਇਸ ਨੇ ਜਿਹੜਾ ਹੈ ਗਿਰਿਆਂ ਦਾ ਯੁੱਧ ਹੋਇਆ ਸੀਗਾ। 1740 ਦੇ ਵਿੱਚ ਗਿਰਿਆਂ ਦਾ ਯੁੱਧ ਹੋਇਆ ਸੀਗਾ
घेरिਆਂ ਦਾ युद्ध। उस युद्ध ਦੇ ਵਿੱਚ ਇਸਨੇ ਸਰਫਰਾਜ਼ ਖਾਨ ਜਿਹੜਾ ਹੈ ਉਸ ਨੂੰ ਹਰਾ ਦਿੱਤਾ ਸੀਗਾ ਤੇ ਉਸ ਦੇ ਵਿੱਚ ਆਪਣਾ ਕਬਜ਼ਾ ਕਰ ਲਿੱਤਾ ਸੀਗਾ ਇਸਨੇ। ਨੈਕਸਟ ਹੈ ਜੀ 38 ਨੰਬਰ, ਬਲੈਕ ਹੋਲ ਟ੍ਰੈਜੇਡੀ ਸੰਬੰਧਿਤ ਹੈ ਕਿਸ ਦਿਨ ਨੂੰ? 15 ਜੂਨ 1757, 16 ਜੂਨ 1756, 20 ਜੂਨ 1757 ਜਾਂ ਫਿਰ 20 ਜੂਨ 1756। ਸੋ ਬਲੈਕ ਹੋਲ ਟ੍ਰੈਜੇਡੀ ਜਿਹੜੀ ਹੈ ਇਹ 20 ਜੂਨ 1756 ਨੂੰ ਇੱਕ ਘਟਨਾ ਵਾਪਰੀ ਸੀਗੀ ਸਿਰਾਜ ਉਦ ਦੌਲਾ ਦੇ ਸਮੇਂ ਦੇ ਵਿੱਚ। ਇਸ ਦੌਰਾਨ ਸਿਰਾਜ ਉਦ ਦੌਲਾ ਨੇ 146 ਅੰਗਰੇਜ਼ ਅਫਸਰਾਂ ਨੂੰ ਤੇ ਕੁਝ ਹੋਰ ਵਿਅਕਤੀਆਂ ਨੂੰ ਜੋ ਅੰਗਰੇਜ਼ ਹੀ ਸੀ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਸੀ, ਜਿਸ ਦੇ ਕਾਰਨ ਕਰਕੇ ਉਸ ਦੇ ਵਿੱਚ ਲਗਭਗ ਸਾਰੇ ਦੇ ਸਾਰੇ ਜਿਹੜੇ ਉਹ ਮਰ ਗਏ ਸੀ, ਬਟ ਉਹਨਾਂ ਦੇ ਵਿੱਚੋਂ 23 ਜਿਹੜੇ ਹੈ ਉਹ ਜੀਵਤ ਰਹਿ ਗਏ ਸੀਗੇ। ਤਾਂ ਇਸੇ ਘਟਨਾ ਨੂੰ ਹੀ ਜਿਹੜਾ ਹੈ ਭਾਰਤੀ ਇਤਿਹਾਸ ਦੇ ਵਿੱਚ ਬਲੈਕ ਹੋਲ ਟ੍ਰੈਜੇਡੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਕੁਝ ਇਹਦੇ ਵਿੱਚ ਬੇਕਸੂਰ ਲੋਕ ਵੀ ਸੀ ਜਿਹੜੇ ਕਿ ਮਾਰ ਦਿੱਤੇ ਗਏ ਸੀ। ਇਸੇ ਕਾਰਨ ਕਰਕੇ ਅੰਗਰੇਜ਼ਾਂ ਨੇ ਇਹਨੂੰ ਬਲੈਕ ਹੋਲ ਟ੍ਰੈਜੇਡੀ ਦਾ ਨਾਮ ਦਿੱਤਾ ਸੀ। ਸਿਰਾਜ ਉਦ ਦੌਲਾ ਦੇ ਨਾਲ ਸੰਬੰਧਿਤ ਸੀਗੀ ਇਹ ਘਟਨਾ। ਓਕੇ, ਨੈਕਸਟ ਹੈ ਜੀ 39 ਨੰਬਰ, ਪਲਾਸੀ ਦੀ ਲੜਾਈ ਕਦੋਂ ਹੋਈ ਸੀ? 20 ਜੂਨ 1757 ਨੂੰ, 22 ਜੂਨ 1757 ਨੂੰ, 23 ਜੂਨ 1757 ਨੂੰ ਜਾਂ 25 ਜੂਨ 1757 ਨੂੰ। ਪਲਾਸੀ ਦੀ ਲੜਾਈ ਜਿਹੜੀ ਹੋਈ ਸੀਗੀ ਇਹ 23 ਜੂਨ 1757 ਨੂੰ ਹੋਈ ਸੀਗੀ ਤੇ ਇਹ ਬੰਗਾਲ ਦੀ ਪਹਿਲੀ ਕ੍ਰਾਂਤੀ ਸੀਗੀ। ਬੰਗਾਲ ਦੀ ਪਹਿਲੀ ਕ੍ਰਾਂਤੀ, ਡੇਟ ਯਾਦ ਰੱਖਿਓ ਜੀ। ਬੰਗਾਲ ਦੀ ਪਹਿਲੀ ਕ੍ਰਾਂਤੀ ਜਿਹੜਾ ਕਿਹਾ ਗਿਆ ਹੈ ਉਹ ਪਲਾਸੀ ਦੀ ਲੜਾਈ ਨੂੰ ਕਿਹਾ ਗਿਆ। ਪਲਾਸੀ ਦਾ ਖੇਤਰ ਬੰਗਾਲ ਦੇ ਵਿੱਚ ਪੈਂਦਾ ਹੈਗਾ ਗਾ। ਇਹ ਲੜਾਈ ਕਿਸ ਕਿਸ ਦੇ ਵਿਚਕਾਰ ਹੋਈ ਸੀਗੀ ਜੀ? ਇੱਕ ਸਾਈਡ ਦੇ ਵਿੱਚ ਸੀਗਾ ਜੀ ਸਿਰਾਜ ਉਦ ਦੌਲਾ, ਸਿਰਾਜ ਉਦ ਦੌਲਾ, ਓਕੇ, ਤੇ ਦੂਸਰੀ ਸਾਈਡ ਦੇ ਵਿੱਚ ਸੀਗਾ ਜੀ ਲਾਰਡ ਕਲਾਈਵ। ਇਹਨਾਂ ਦੋਨਾਂ ਦੇ ਵਿਚਕਾਰ ਇਹ ਲੜਾਈ ਹੋਈ ਸੀਗੀ। ਇਸ ਦੇ ਵਿੱਚ ਸਿਰਾਜ ਉਦ ਦੌਲਾ ਦਾ ਇੱਕ ਸੈਨਾਪਤੀ ਵੀ ਸੀਗਾ ਜਿਹਦਾ ਨਾਮ ਸੀਗਾ ਜੀ ਮੀਰ ਜਾਫਰ। ਸੈਨਾਪਤੀ ਸੀਗਾ ਜੀ ਮੀਰ ਜਾਫਰ, ਇਹੀ ਉਹੀ ਹੈ ਜਿਹਨੂੰ ਭਾਰਤ ਦਾ ਸਭ ਤੋਂ ਵੱਡਾ ਗਦਾਰ ਕਿਹਾ ਗਿਆ। ਸੋ ਇਸ ਨੇ ਸਿਰਾਜ ਉਦ ਦੌਲਾ ਨੂੰ ਧੋਖਾ ਦਿੱਤਾ ਤੇ ਲਾਰਡ ਕਲਾਈਵ ਦੀ ਸਹਾਇਤਾ ਕੀਤੀ, ਜਿਸ ਦੇ ਕਾਰਨ ਕਰਕੇ 1757 ਦੇ ਇਸ ਲੜਾਈ ਦੇ ਵਿੱਚ ਸਿਰਾਜ ਉਦ ਦੌਲਾ ਹਾਰ ਜਾਂਦਾ ਹੈ ਤੇ ਲਾਰਡ ਕਲਾਈਵ ਜਿੱਤ ਜਾਂਦਾ ਹੈ ਤੇ ਪਲਾਸੀ ਦੇ ਖੇਤਰ ਦੇ ਉੱਪਰ ਜਿਹੜਾ ਹੈ, ਬੰਗਾਲ ਦੇ ਖੇਤਰ ਦੇ ਉੱਪਰ ਜਿਹੜਾ ਹੈ ਅੰਗਰੇਜ਼ਾਂ ਦਾ ਅਧਿਕਾਰ ਹੋ ਜਾਂਦਾ ਹੈ। ਨੈਕਸਟ ਹੈ 40 ਨੰਬਰ, ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਕੌਣ ਸੀਗਾ? ਮੀਰ ਜਾਫਰ ਸੀਗਾ, ਮੀਰ ਕਾਸਮ ਸੀ, ਅਲਵਰਦੀ ਖਾਂ ਸੀ ਜਾਂ ਸਿਰਾਜ ਉਦ ਦੌਲਾ ਸੀ? ਸੋ ਸਿਰਾਜ ਉਦ ਦੌਲਾ ਸੀਗਾ ਜੀ। ਇਹਨਾਂ ਦੇ ਵਿਚਕਾਰ ਹੀ ਲੜਾਈ ਹੋਈ ਸੀਗੀ। 1756 ਤੋਂ ਲੈ ਕੇ 57 ਤੱਕ ਰਿਹਾ ਸੀਗਾ ਜੀ। ਓਕੇ, 57 ਤੱਕ ਰਿਹਾ ਸੀ, ਇਸ ਤੋਂ ਬਾਅਦ ਇਹ ਹਾਰ ਜਾਂਦਾ ਹੈ। ਅਲਵਰਦੀ ਖਾਂ ਸੀਗਾ ਜਿਹੜਾ ਇਹ 1740 ਤੋਂ ਲੈ ਕੇ 56 ਤੱਕ ਰਿਹਾ ਸੀਗਾ। ਮੀਰ ਕਾਸਮ ਜਿਹੜਾ ਹੈਗਾ ਗਾ ਇਹ 1760 ਤੋਂ ਲੈ ਕੇ 63 ਤੱਕ ਰਿਹਾ ਸੀਗਾ। ਮੀਰ ਜਾਫਰ ਸੀਗਾ ਜਿਹੜਾ ਇਹ 1757 ਤੋਂ ਲੈ ਕੇ 60 ਤੱਕ ਰਿਹਾ ਸੀਗਾ, ਬੰਗਾਲ ਦਾ ਨਵਾਬ। ਨੈਕਸਟ ਹੈ 41 ਨੰਬਰ, ਬਕਸਰ ਦੀ ਲੜਾਈ ਕਦੋਂ ਹੋਈ ਸੀਗੀ? 1765 ਨੂੰ, 1764 ਨੂੰ, 1763 ਨੂੰ ਜਾਂ 1762 ਨੂੰ? ਬਕਸਰ ਦੀ ਲੜਾਈ ਜਿਹੜੀ ਹੈ ਇਹ ਬੰਗਾਲ ਦੀ ਦੂਸਰੀ ਕ੍ਰਾਂਤੀ ਕਹਾਉਂਦੀ ਹੈ ਜੀ। ਬੰਗਾਲ ਦੀ ਦੂਸਰੀ ਕ੍ਰਾਂਤੀ ਇਸ ਨੂੰ ਕਿਹਾ ਜਾਂਦਾ ਹੈ। ਓਕੇ, ਇਹ ਲੜਾਈ ਹੋਈ ਸੀਗੀ ਐਕਚੁਅਲ ਦੇ ਵਿੱਚ ਐਗਜ਼ੈਕਟ ਡੇਟ ਦੇ ਅਨੁਸਾਰ ਜੇ ਗੱਲ ਕਰੀਏ ਤਾਂ 22 ਅਕਤੂਬਰ 1764 ਨੂੰ ਹੋਈ ਸੀ। ਬਕਸਰ ਦਾ ਖੇਤਰ ਵੀ ਜਿਹੜਾ ਹੈਗਾ ਗਾ ਇਹ ਬੰਗਾਲ ਦੇ ਵਿੱਚ ਸਥਿਤ ਹੈ। ਸੋ ਇਹ ਲੜਾਈ ਦੋ ਧਿਰਾਂ ਦੇ ਵਿਚਕਾਰ ਹੋਈ ਸੀ ਜੀ। ਇੱਕ ਦੇ ਵਿੱਚ ਸੀਗਾ ਜੀ ਮੀਰ ਕਾਸਿਮ ਅਤੇ ਇਸ ਤੋਂ ਇਲਾਵਾ ਜਿਹੜੇ ਇਹ ਬੰਗਾਲ ਦਾ ਨਵਾਬ ਸੀ, ਇਸ ਤੋਂ ਇਲਾਵਾ ਸੀਗਾ ਜੀ ਆਬਦ ਦਾ ਨਵਾਬ ਜਿਸ ਦਾ ਨਾਮ ਸੀਗਾ ਸ਼ਜਾ ਉਦ ਦੌਲਾ, ਆਬਦ ਦਾ ਨਵਾਬ। ਤੀਸਰਾ ਸੀਗਾ ਜੀ ਦਿੱਲੀ ਦਾ ਬਾਦਸ਼ਾਹ ਸ਼ਾਹ ਆਲਮ ਦੂਜਾ। ਇਹਨਾਂ ਦੇ ਵਿਚਕਾਰ ਇਹ ਲੜਾਈ ਹੋਈ ਸੀਗੀ ਅਤੇ ਅੰਗਰੇਜ਼ ਸੀਗਾ ਜੀ ਹੈਕਟਰ ਮੁਨਰੋ। ਇਹਨਾਂ ਦੇ ਵਿਚਕਾਰ ਇਹ ਲੜਾਈ ਹੋਈ ਸੀਗੀ ਜਿਸ ਦੇ ਵਿੱਚ ਹੈਕਟਰ ਮੁਨਰੋ ਜੇਤੂ ਰਿਹਾ ਸੀਗਾ ਤੇ ਇਹ ਤਿੰਨੋਂ ਦੇ ਤਿੰਨੇ ਹਾਰ ਗਏ ਸੀ। ਮੀਰ ਕਾਸਿਮ ਭੱਜ ਗਿਆ ਸੀ, ਆਬਦ ਦਾ ਨਵਾਬ ਅਤੇ ਦਿੱਲੀ ਦਾ ਬਾਦਸ਼ਾਹ ਜਿਹੜਾ ਹੈ ਉਸ ਨੇ ਅੰਗਰੇਜ਼ਾਂ ਦੀ ਅਧੀਨਤਾ ਨੂੰ ਸਵੀਕਾਰ ਕਰ ਲਿੱਤਾ ਸੀ। ਨੈਕਸਟ ਹੈ 42 ਨੰਬਰ, ਮੀਰ ਕਾਸਿਮ ਨੇ ਆਪਣੀ ਰਾਜਧਾਨੀ ਬਣਾਇਆ ਜੀ ਕੋਲਕਾਤਾ ਨੂੰ, ਮੁਰਸ਼ਿਦਾਬਾਦ ਨੂੰ, ਮੰਗੇਰ ਨੂੰ ਜਾਂ ਡਾਕਾ ਨੂੰ? ਸੋ ਮੀਰ ਕਾਸਿਮ ਨੇ ਆਪਣੀ ਰਾਜਧਾਨੀ ਬਣਾਇਆ ਜੀ ਮੰਗੇਰ ਨੂੰ। ਓਕੇ, ਸੋ ਇਹ ਰਾਜਧਾਨੀਆਂ ਬਦਲਦੀਆਂ ਰਹੀਆਂ ਸੀਗੀਆਂ ਜੀ। ਸੋ ਪਹਿਲਾਂ ਕੋਲਕਾਤਾ ਰਹੀ ਸੀਗੀ ਜੀ, ਕੋਲਕਾਤਾ ਤੋਂ ਬਾਅਦ ਡਾਕਾ ਬਣੀ, ਡਾਕਾ ਤੋਂ ਬਾਅਦ ਮੁਰਸ਼ਿਦਾਬਾਦ ਬਣੀ, ਮੁਰਸ਼ਿਦਾਬਾਦ ਤੋਂ ਬਾਅਦ ਮੰਗੇਰ ਬਣੀ। ਇਹ ਰਾਜਧਾਨੀ ਰਹੀ ਹੈ ਜੀ
ਬੰਗਾਲ ਦੀ। ਨੈਕਸਟ ਹੈ ਜੀ 43 ਨੰਬਰ, ਬਕਸਰ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਅਗਵਾਈ ਕੀਤੀ ਰਾਬਰਟ ਕਲਾਈਵ ਨੇ, ਹੈਕਟਰ ਮੋਨਰੋ ਨੇ, ਮੀਰ ਜਾਫਰ ਨੇ ਜਾਂ ਵਾਰਨ ਹੇਸਟਿੰਗ ਨੇ। ਸੋ ਇਹਦੇ ਵਿੱਚ ਹੈਕਟਰ ਮੋਨਰੋ ਨੇ ਜਿਹੜਾ ਯੋਗਦਾਨ ਦਿੱਤਾ ਸੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਨੈਕਸਟ ਹੈ ਜੀ 44 ਨੰਬਰ, ਬ੍ਰਹਮੋ ਸਮਾਜ ਦੀ ਸਥਾਪਨਾ ਕਦੋਂ ਹੋਈ? 20 ਅਗਸਤ 1829 ਨੂੰ, 20 ਅਗਸਤ 1830 ਨੂੰ, 20 ਅਗਸਤ 1828 ਨੂੰ ਜਾਂ 20 ਅਗਸਤ 1827 ਨੂੰ। ਸੋ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਗਈ ਜੀ 20 ਅਗਸਤ 1828 ਨੂੰ ਅਤੇ ਸੰਸਥਾਪਕ ਰਿਹਾ ਸੀਗਾ ਜੀ ਰਾਜਾ ਰਾਮ ਮੋਹਨ ਰਾਏ। ਰਾਜਾ ਰਾਮ ਮੋਹਨ ਰਾਏ। ਕੋਲਕਾਤਾ ਦੇ ਵਿੱਚ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਗਈ ਸੀਗੀ। ਓਕੇ, ਇਹਦੇ ਨਾਲ ਸੰਬੰਧਿਤ ਕੁਝ ਹੋਰ ਜੋ ਰਾਜਾ ਰਾਮ ਮੋਹਨ ਰਾਏ ਤੋਂ ਬਾਅਦ ਬ੍ਰਹਮੋ ਸਮਾਜ ਨੂੰ ਕੰਟਰੋਲ ਕਰਦੇ ਰਹੇ ਨੇ, ਉਹਨਾਂ ਦੇ ਵਿੱਚ ਦਵਿੰਦਰ ਨਾਥ ਟੈਗੋਰ ਜਿਹੜੇ ਹੈ ਉਹ ਚਰਚਿਤ ਨੇ ਕਾਫੀ, ਜੋ ਕਿ ਰਾਜਾ ਰਾਮ ਮੋਹਨ ਰਾਏ ਤੋਂ ਬਾਅਦ ਆਏ ਸੀਗੇ। ਦਵਿੰਦਰ ਨਾਥ ਟੈਗੋਰ ਤੋਂ ਬਾਅਦ ਬ੍ਰਹਮੋ ਸਮਾਜ ਦੀ ਕਮਾਂਡ ਰਹੀ ਸੀਗੀ ਜੀ ਕੇਸ਼ਵ ਚੰਦਰ ਸੈਨ ਦੇ ਅਧੀਨ। ਓਕੇ, ਨੈਕਸਟ ਹੈ ਜੀ 45 ਨੰਬਰ, ਰਾਜਾ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ਤੇ ਰੋਕ ਕਦੋਂ ਲਗਾਈ? 1828, 1829, 1830 ਜਾਂ 1831। ਰਾਜਾ ਰਾਮ ਮੋਹਨ ਦੇ ਰਾਏ ਦੁਆਰਾ 1829 ਦੇ ਵਿੱਚ ਲਾਰਡ ਵਿਲੀਅਮ ਬੈਟਕਿੰਕ ਦੇ ਨਾਲ ਮਿਲ ਕੇ ਜਿਹੜਾ ਹੈ ਭਾਰਤ ਦੇ ਵਿੱਚ ਸਤੀ ਪ੍ਰਥਾ ਦੇ ਉੱਪਰ ਰੋਕ ਲਗਾ ਦਿੱਤੀ ਸੀਗੀ। ਓਕੇ, ਨੈਕਸਟ ਹੈ ਜੀ ਕੁਐਸਚਨ ਨੰਬਰ 46, ਭਾਰਤੀ ਪੁਨਰ ਜਾਗਰਣ ਦਾ ਆਗਮਨ ਕਿਹਾ ਗਿਆ ਹੈ? ਸਵਾਮੀ ਦਇਆਨੰਦ ਸਰਸਵਤੀ ਨੂੰ, ਸਵਾਮੀ ਵਿਵੇਕਾਨੰਦ ਜੀ ਨੂੰ, ਦਵਿੰਦਰਨਾਥ ਟੈਗੋਰ ਨੂੰ ਜਾਂ ਰਾਜਾ ਰਾਮ ਮੋਹਨ ਰਾਏ ਨੂੰ। ਸੋ ਭਾਰਤੀ ਪੁਨਰ ਜਾਗਰਣ ਦਾ ਆਵਾਗਾਨ ਕਿਹਾ ਗਿਆ ਹੈ ਰਾਜਾ ਰਾਮ ਮੋਹਨ ਰਾਏ ਨੂੰ। ਇਸ ਤੋਂ ਇਲਾਵਾ ਰਾਜਾ ਰਾਮ ਮੋਹਨ ਰਾਏ ਨੂੰ ਭਾਰਤ ਦੇ ਵਿੱਚ ਇੰਡੀਅਨ ਪੋਲੀਟਿਕਸ ਦਾ ਜਿਹੜਾ ਫਾਦਰ ਵੀ ਕਿਹਾ ਜਾਂਦਾ ਹੈ, ਫਾਦਰ ਆਫ ਇੰਡੀਅਨ ਪੋਲੀਟਿਕਸ। ਇਹ ਵੀ ਦਰਜਾ ਜਿਹੜਾ ਹੈ ਵੀ ਰਾਜਾ ਰਾਮ ਮੋਹਨ ਰਾਏ ਨੂੰ ਕਿਹਾ ਗਿਆ। ਆਧੁਨਿਕ ਭਾਰਤ ਦਾ ਪਿਤਾਮਾ ਜੇਕਰ ਭਾਰਤੀ ਪੁੱਛਦੇ ਆ ਤਾਂ ਉਹ ਵੀ ਜਿਹੜਾ ਹੈ ਇਹਦਾ ਨਾਮ ਹੀ ਆਉਂਦਾ ਹੈਗਾ। ਜੇ ਬ੍ਰਿਟਿਸ਼ਾਂ ਦੇ ਵਿੱਚ ਪੁੱਛਦੇ ਆ ਤਾਂ ਲਾਰਡ ਡਲਹੌਜੀ ਜਿਹੜੇ ਆ ਉਹ ਆਧੁਨਿਕ ਭਾਰਤ ਦੇ ਪਿਤਾਮਾ ਕਹਾਉਂਦੇ ਹੈਗੇ ਆ। ਨੈਕਸਟ ਕੁਐਸਚਨ ਹੈ 47 ਨੰਬਰ, ਇੰਡੀਅਨ ਮਿਰਰ ਅਖਬਾਰ ਕਦੋਂ ਪ੍ਰਕਾਸ਼ਿਤ ਹੋਇਆ? 1860 ਦੇ ਵਿੱਚ, 1858 ਦੇ ਵਿੱਚ, 1839 ਦੇ ਵਿੱਚ ਜਾਂ 1861 ਦੇ ਵਿੱਚ। ਸੋ ਸਾਲ 1861 ਦੇ ਵਿੱਚ ਇੰਡੀਅਨ ਮਿਰਰ ਜਿਹੜਾ ਹੈ ਅਖਬਾਰ ਉਹ ਪ੍ਰਕਾਸ਼ਿਤ ਹੁੰਦਾ ਹੈ। ਇਸ ਤੋਂ ਇਲਾਵਾ ਸੰਵਾਦ ਕੌਮ ਦੀ ਸੋ ਇਹ ਅਖਬਾਰ ਵੀ ਜਿਹੜਾ ਹੈਗਾ ਰਾਜਾ ਰਾਮ ਮੋਹਨ ਰਾਏ ਦੇ ਦੁਆਰਾ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ ਤੇ ਇੰਡੀਅਨ ਮਿਰਰ ਵੀ ਜਿਹੜਾ ਹੈ ਇਹਨਾਂ ਦੇ ਦੁਆਰਾ ਹੀ ਪ੍ਰਕਾਸ਼ਿਤ ਕੀਤਾ ਗਿਆ ਸੀਗਾ। ਅੰਗਰੇਜ਼ੀ ਦਾ ਇਹ ਅਖਬਾਰ ਸੀਗਾ ਜੀ। ਨੈਕਸਟ ਹੈ 48 ਨੰਬਰ, ਸਵਾਮੀ ਵਿਰਜਾਨੰਦ ਕਿਸ ਦੇ ਗੁਰੂ ਸੀਗੇ? ਸਵਾਮੀ ਵਿਵੇਕਾਨੰਦ ਜੀ ਦੇ, ਸਵਾਮੀ ਦਇਆਨੰਦ ਸਰਸਵਤੀ, ਰਾਜਾ ਰਾਮ ਮੋਹਨ ਰਾਏ ਜਾਂ ਕੇਸ਼ਵ ਚੰਦਰ ਸੈਨ। ਸਵਾਮੀ ਵਿਰਜਾਨੰਦ ਜਿਹੜੇ ਸੀਗੇ ਇਹਨਾਂ ਦੇ ਵਿੱਚੋਂ ਉਹ ਸਵਾਮੀ ਦਇਆਨੰਦ ਜੀ ਦੇ ਗੁਰੂ ਕਹਾਉਂਦੇ ਸੀਗੇ ਜੀ, ਭਾਵ ਉਹਨਾਂ ਦੇ ਗੁਰੂ ਸੀਗੇ। ਓਕੇ, ਸਵਾਮੀ ਦਇਆਨੰਦ ਜੀ ਸੀਗੇ ਜਿਨ੍ਹਾਂ ਨੇ ਕਿ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀਗੀ ਅਤੇ ਆਰੀਆ ਸਮਾਜ ਨੂੰ ਬਹੁਤ ਸਾਰੇ ਖੇਤਰਾਂ ਤੱਕ ਪਹੁੰਚਾਇਆ ਸੀਗਾ। ਨੈਕਸਟ ਹੈ ਜੀ 49 ਨੰਬਰ, ਸਤਿਆਰਥ ਪ੍ਰਕਾਸ਼ ਪੁਸਤਕ ਕਦੋਂ ਪ੍ਰਕਾਸ਼ਿਤ ਹੋਈ? 1880 ਦੇ ਵਿੱਚ, 1875 ਦੇ ਵਿੱਚ, 1885 ਦੇ ਵਿੱਚ ਜਾਂ 1884 ਦੇ ਵਿੱਚ। ਸਤਿਆਰਥ ਪ੍ਰਕਾਸ਼ ਪੁਸਤਕ ਜਿਹੜੀ ਹੈਗੀ ਇਸ ਸਾਲ 1874 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਤੇ ਪ੍ਰਕਾਸ਼ਿਤ ਕਰਨ ਵਾਲਾ ਵਿਅਕਤੀ ਸੀਗਾ ਜੀ ਸਵਾਮੀ ਦਇਆਨੰਦ ਸਰਸਵਤੀ। ਸੋ ਇਸ ਪੁਸਤਕ ਦੇ ਲੇਖਕ ਨੇਗੇ। ਲਾਸਟ ਕੁਐਸਚਨ ਜੀ ਅੱਜ ਦਾ, ਗੋ ਬੈਕ ਟੂ ਵੇਜ਼ ਕਿਸ ਦਾ ਨਾਰਾ ਹੈ ਜੀ? ਸਵਾਮੀ ਦਇਆਨੰਦ ਸਰਸਵਤੀ, ਸਵਾਮੀ ਵਿਵੇਕਾਨੰਦ, ਸਵਾਮੀ ਵਿਰਜਾਨੰਦ ਜਾਂ ਉਪਰੋਕਤ ਸਾਰੇ ਹੀ। ਗੋ ਬੈਕ ਟੂ ਬੇਸ ਇਹ ਸਵਾਮੀ ਦਇਆਨੰਦ ਸਰਸਵਤੀ ਦਾ ਨਾਰਾ ਸੀਗਾ। ਸੋ ਸਵਾਮੀ ਦਇਆਨੰਦ ਸਰਸਵਤੀ ਜਿਹੜੇ ਸੀਗੇ ਜਿਨ੍ਹਾਂ ਨੇ ਕਿ ਕਾਫੀ ਵੱਡੇ ਪੱਧਰ ਦੇ ਉੱਪਰ ਜਿਹੜਾ ਹੈ ਇਹ ਨਾਰਾ ਦਿੱਤਾ ਸੀਗਾ ਖਾਸ ਤੌਰ ਦੇ ਉੱਪਰ। ਓਕੇ, ਔਰ ਕਾਫੀ ਪ੍ਰਚਲਿਤ ਰਿਹਾ ਸੀਗਾ ਇਹ ਨਾਰਾ। ਓਕੇ ਜੀ, ਸੋ ਇਹ ਸੀ ਆਪਣਾ ਅੱਜ ਦਾ ਸੈਸ਼ਨ ਵੀ। ਉਮੀਦ ਕਰਦਾ ਤੁਹਾਡੇ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ, ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋ। ਸੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਕਮੈਂਟ ਸੈਸ਼ਨ ਦੇ ਵਿੱਚ ਤੁਹਾਡਾ ਲੋੜੀ ਦਾ ਜਿਹੜਾ ਟੌਪਿਕ ਹੈ ਇਸ ਤੋਂ ਇਲਾਵਾ ਅਗਰ ਕੋਈ ਵੀ ਹੋਰ ਸੁਝਾਅ ਹੈ ਤਾਂ ਉਹ ਜ਼ਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਦਿਆ ਕਰੋ ਤਾਂ ਕਿ ਤੁਹਾਡੀ ਲੋੜ ਦੇ ਅਨੁਸਾਰ ਜਿਹੜਾ ਹੈ ਅਸੀਂ ਉਸ ਟੌਪਿਕ ਨੂੰ ਤਿਆਰ ਕਰ ਸਕੀਏ। ਓਕੇ, ਥੈਂਕ ਯੂ ਸੋ ਮਚ।